भाजपा ने अपने आप ਨੂੰ ਤਿਆਰ ਕਰ ਲਿਆ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 117 ਦੀਆਂ 117 ਸੀਟਾਂ ਤੇ ਚੋਣ ਲੜੀ ਜਾਏਗੀ। ਉਸ ਸਮੇਂ ਵੀ ਕਦੇ ਇਦਾਂ ਨਹੀਂ ਹੋਇਆ ਤੇ ਤੁਸੀਂ ਮੀਟਿੰਗ ਕਰ ਰਹੇ ਹੋ, ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਨੂੰ ਮੀਟਿੰਗ ਨਹੀਂ ਕਰ ਦਿੱਤੀ ਤੇ ਤੁਹਾਨੂੰ ਆ ਕੇ ਇਹ ਨਹੀਂ ਕਿਹਾ ਕਿ ਤੁਸੀਂ ਰਾਜਨੀਤਿਕ ਦਲ ਦੇ ਕਾਰਜਕਰਤਾ ਨੂੰ ਕਿ ਤੂੰ ਜੇ ਨਹੀਂ ਜਿੱਤੇਗਾ ਤਾਂ ਤੇਰਾ ਬਾਈਕਾਟ ਤੇ ਤੈਨੂੰ ਅਸੀਂ ਦੇਖਾਂਗੇ, ਤੇਰੀ ਦੁਕਾਨ ਤੋਂ ਸਮਾਨ ਨਹੀਂ ਖਰੀਦਾਂਗੇ, ਤੇਰਾ ਸਮਾਜਿਕ ਬਾਈਕਾਟ ਕਰਾਂਗੇ। ਤੇ ਇਹ ਸਾਰੀਆਂ ਗੱਲਾਂ ਅੱਜ ਹੋ ਰਹੀਆਂ ਨੇ ਜਿਹੜੀਆਂ ਉਸ ਵੇਲੇ ਨਹੀਂ ਹੋਈਆਂ। ਇਹ ਉਸ ਤੋਂ ਖਤਰਨਾਕ ਹੈ। ਜਿਸ ਤਰੀਕੇ ਨਾਲ ਮੌਬ ਲਿੰਚਿੰਗ ਦੇ ਥਰੂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਡਰਾਇਆ ਗਿਆ, ਜਿਹੜਾ ਵੀ ਇਹਨਾਂ ਦਾ ਕਿਸੇ ਵੀ ਮੁੱਦੇ ਦੇ ਉੱਤੇ ਵਿਰੋਧ ਕਰਦਾ ਮੌਬ ਲਿੰਚਿੰਗ ਦੇ ਥਰੂ ਜਿਹੜਾ ਹੈਗਾ ਇਹ ਐਕਸਪਰਟ ਪਾਰਟੀ ਹੈਗੀ ਮੌਬ ਲਿੰਚਿੰਗ ਦੇ ਵਿੱਚ। ਮੈਂ ਇਹ ਓਪਨਲੀ ਕਹਿਣਾ ਕਿ ਹਿੰਦੁਸਤਾਨ ਦੇ ਵਿੱਚ ਸਿਵਲ ਵਾਰ ਦੇ ਹਾਲਾਤ ਨੇ, ਪਰ ਬੀਜੇਪੀ ਇਹਨੂੰ ਮੰਨਣ ਨੂੰ ਤਿਆਰ ਨਹੀਂ ਔਰ ਉਹਦੇ ਸਿੱਟੇ ਹੁਣ ਸਾਹਮਣੇ ਆ ਰਹੇ ਨੇ। ਇਹ ਟਾਈਮ ਕੈਪਟਨ ਅਮਰਿੰਦਰ ਸਿੰਘ ਅਕਾਲੀ ਪੁੱਤਰ ਨੇ ਕਰਦਾ ਹੁੰਦਾ, ਜਦੋਂ ਪਿਛਲੀ ਵਾਰ ਆਇਆ ਨਾ ਉਹ ਖੂੰਡਾ ਦਿਖਾਉਂਦਾ ਹੁੰਦਾ, ਇਹਦੀ ਇਹ ਨਿਸ਼ਚਿਤ ਆ ਕਿ ਆਹ ਖੂੰਡਾ ਹੈਗਾ, ਮੈਂ ਅਕਾਲੀ ਦਲ ਨੂੰ ਸਿੱਧੇ ਕਰ ਦਊਂਗਾ। ਜਿਹੜਾ ਕਿਸਾਨ ਅੰਦੋਲਨ ਹੈ ਜੋ ਇਸ ਲੈਵਲ ਤੱਕ ਪਹੁੰਚਿਆ ਹੈਗਾ, ਜੋ ਸਫਲ ਹੈਗਾ, ਜੋ ਇੰਨਾ ਲੰਬਾ ਚੱਲਿਆ ਹੈਗਾ, ਤਾਂ ਉਹਦੀ ਇੱਕੋ ਇੱਕ ਖਾਸੀਅਤ ਹੈ ਕਿ ਇਹਦਾ ਸ਼ਾਂਤਮਈ ਹੋਣਾ। ਕੇਂਦਰ ਨੇ ਆਪਣੇ ਤੇ ਕਾਲੇ ਕਾਨੂੰਨ ਥੋਪੇ ਨੇ, ਆਪਾਂ ਬਹੁਤ ਬੁਰੇ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ, ਪਰ ਪੰਜਾਬ ਦਾ ਇਤਿਹਾਸ ਰਿਹਾ ਕਿ ਨਾ ਤਾਂ ਉਰੇ ਕਦੇ ਭਾਈ ਮਾਰੂ ਜੰਗ ਹੋਈ ਹੈ, ਨਾ ਜਾਤ ਪਾਤ ਤੇ ਉਰੇ ਕੋਈ ਦੰਗੇ ਆਪਾਂ ਖੋਣ ਦਿੱਤੇ ਨੇ। ਸੋ ਆਪਾਂ ਆਪਣਾ ਇਤਿਹਾਸ ਨਹੀਂ ਖਰਾਬ ਕਰਨਾ। ਪਰ ਜੋ ਸਥਿਤੀਆਂ ਜੋ ਮਾਹੌਲ ਬਣਿਆ, ਸਿੱਧੇ ਤੌਰ ਤੇ ਕਹਿੰਦੇ ਕਿ ਇਹਦੇ ਲਈ ਭਾਜਪਾ ਜ਼ਿੰਮੇਵਾਰ ਹੈ। ਰੋਟੀ ਦਾ ਮਸਲਾ ਹੱਲ ਕਰਿਆ ਜਾਵੇ, ਚੋਣਾਂ ਦਾ ਭਾਜਪਾ ਜਮ ਕੇ ਲੜੇ, ਉਸ ਮੁੱਦੇ ਤੇ ਵੀ ਲੋਕ ਜਵਾਬ ਆਪਣੇ ਤੌਰ ਤੇ ਜਮਹੂਰੀ ਹੱਕ ਹੈ ਦੇਣਗੇ। ਪਰ ਪਹਿਲਾਂ ਮਸਲੇ ਹੱਲ ਕਰੋ ਪੰਜਾਬ ਦੇ, ਤਾਂ ਹੀ ਲੋਕਾਂ 'ਚ ਜਾਓਗੇ ਨਾ। ਪੰਜਾਬ ਦੇ ਮਸਲੇ ਪੰਜਾਬ ਸਰਕਾਰ ਨੇ ਹੱਲ ਕਰਨੇ ਆ। ਪੰਜਾਬ 'ਚ ਭ੍ਰਿਸ਼ਟਾਚਾਰ ਆ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਈ ਆ, ਬਹੁਤ ਬੇਰੁਜ਼ਗਾਰੀ ਆ। ਉਹ ਸਾਰੀਆਂ ਚੀਜ਼ਾਂ ਤੋਂ ਧਿਆਨ ਹਟਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿਹੜਾ ਕਿਸਾਨਾਂ ਨੂੰ ਭੜਕਾਇਆ ਔਰ ਚੰਦ ਕਿਸਾਨ ਲੀਡਰ ਉਹਦੇ ਹੱਥਾਂ 'ਚ ਖੇਡ ਰਹੇ ਆ। ਸ਼ਾਇਦ ਗਰੇਵਾਲ ਸਾਹਿਬ ਇਹ ਭੁੱਲ ਜਾਂਦੇ ਹੈਗੇ ਆ ਕਿ ਥਕਾਉਣ ਤੇ ਭੜਕਾਉਣ ਵਾਲੀ ਜਿਹੜੀ ਨੀਤੀ ਬੀਜੇਪੀ ਦੀ ਕੇਂਦਰੀ ਸਰਕਾਰ ਨੇ ਸ਼ੁਰੂ ਕੀਤੀ ਹੈਗੀ ਹੈ, ਔਰ ਲਗਾਤਾਰ ਇਹਨਾਂ ਦੇ ਜਿਹੜੇ ਕੁਝ ਨੇਤਾ ਨੇ, ਉਹਨਾਂ 'ਚ ਭਾਵੇਂ ਖੱਟੜ ਸਾਹਿਬ ਹੋਣ, ਭਾਵੇਂ ਅਨਿਲ ਵਿਜ ਹੋਣ, ਭਾਵੇਂ ਜੇਪੀ ਦਲਾਲ ਹੋਣ, ਭਾਵੇਂ ਕਪਲ ਮਿਸ਼ਰਾ ਹੋਣ, ਭਾਵੇਂ ਕੰਗਨਾ ਰਣੌਤ ਹੋਣ, ਤੇ ਭਾਵੇਂ ਬਦੂਰੀਆ ਹੋਣ, ਜਾਂ ਹੋਰ ਬਹੁਤ ਸਾਰੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਲੀਡਰ ਹੋਣ, ਇਹ ਨੀਤੀ ਇਹਨਾਂ ਦੀ ਆਪਣੀ ਹੀ ਸ਼ੁਰੂ ਕੀਤੀ ਹੋਈ ਹੈਗੀ ਹੈ। ਅਗਰ ਅੱਜ ਪੰਜਾਬ ਦੇ ਵਿੱਚ ਐਸਾ ਮਾਹੌਲ ਬਣਿਆ ਤਾਂ ਉਹਦਾ ਕਾਰਨ ਵੀ ਜਿਹੜੀ ਸੈਂਟਰ ਦੀ ਪੂਰੇ ਦੇ ਲੋਕਾਂ ਨਾਲ, ਹਿੰਦੁਸਤਾਨ ਦੇ ਲੋਕਾਂ ਨਾਲ ਇੱਕ ਕਮਿਊਨੀਕੇਸ਼ਨ ਗੈਪ ਜਿਹੜਾ ਵੱਧਦਾ ਜਾ ਰਿਹਾ ਉਹ ਹੈ। ਇਹਨਾਂ ਦੇ ਅੱਗੇ ਜੇ ਕੋਈ ਸਰਕਾਰ ਚਾਹੇ ਕਿ ਕੋਈ ਬਿਲਕੁਲ ਹੀ ਇਹਨਾਂ ਦੇ ਅੱਗੇ ਗੁੰਡਾਗਰਦੀ ਤੋਂ ਡਰੇਗੀ, ਜਾਂ ਲੀਡਰਾਂ ਤੇ ਜਿਹੜੇ ਹਮਲੇ ਕਰਾਉਂਦੇ ਆ ਉਹਦੇ ਨਾਲ ਅਸੀਂ ਡਰ ਜਾਵਾਂਗੇ, ਉਹ ਬਿਲਕੁਲ ਨਹੀਂ ਹੋਣ ਵਾਲਾ। ਜਿੱਤ ਕੇਂਦਰ ਸਰਕਾਰ ਦੀ ਹੋ ਸਕਦੀ ਹੈ, ਕਿਸਾਨ ਦੀ ਤਾਂ ਰੋਟੀ ਦੀ ਲੜਾਈ ਹੈ, ਬਹੁਤ ਵੱਡਾ ਸੰਕਟ ਹੈ। ਬੀਜੇਪੀ ਦੇ ਨੁਮਾਇੰਦੇ ਉਹਨੂੰ ਹੱਲ ਕਰਨ, ਰਾਦਰ ਦਿਨ ਮੈਂ ਦੇਖ ਰਿਹਾ ਕਿ ਬੀਜੇਪੀ ਦੇ ਕਈ ਲੀਡਰ ਕਿਸਾਨਾਂ ਨੂੰ ਗਲਤ ਨਾਮ ਵੀ ਦਿੰਦੇ ਰਹੇ, ਪਾਕਿਸਤਾਨੀ, ਖਾਲਿਸਤਾਨੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਦੇ ਚੱਲਦਿਆਂ ਲੁਧਿਆਣਾ ਦੇ ਵਿੱਚ ਵੱਡੀ ਰਾਜਸੀ ਮੀਟਿੰਗ ਕੀਤੀ ਹੈ, ਜਿਹਦੇ 'ਚ ਪਾਰਟੀ ਦੇ ਅਹੁਦੇਦਾਰ, ਵਿਧਾਇਕ, ਸਾਬਕਾ ਵਿਧਾਇਕ, ਸੀਨੀਅਰ ਆਗੂ ਸ਼ਾਮਲ ਹੋਏ ਹੈ। ਪਾਰਟੀ ਵੱਲੋਂ ਸਾਡੀ ਜਾਣਕਾਰੀ ਮੁਤਾਬਕ ਜਿਹੜੇ ਫੈਸਲੇ ਲਏ ਗਏ, ਪੰਜਾਬ ਦੀ ਸਥਿਤੀ ਤੇ ਮੰਥਨ ਕੀਤਾ ਗਿਆ, ਉਹਦੇ ਮੁਤਾਬਕ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰੇ ਬਲਬੂਤੇ ਦੇ ਨਾਲ ਆਪਣਾ ਮੁੱਦਾ ਪੰਜਾਬ ਦੇ ਵਿੱਚ ਲੈ ਕੇ ਜਾਏਗੀ। ਦੂਜੀ ਗੱਲ, ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਹੈ, ਉਹਨਾਂ ਚੋਣਾਂ ਦੇ ਮੱਦੇਨਜ਼ਰ ਭਾਜਪਾ 117 ਹਲਕਿਆਂ ਤੇ ਚੋਣ ਲੜ ਕੇ ਵੱਡੀ ਚੁਣੌਤੀ ਦੂਜੀਆਂ ਰਾਜਸੀ ਧਿਰਾਂ ਲਈ ਖੜੀ ਕਰੇਗੀ। ਇਹ ਮੁੱਦੇ ਤੇ ਕਿੰਨੀ ਕੁ ਸਾਰਥਕਤਾ ਹੈ, ਕਿੰਨੀਆਂ ਕੁ ਵੱਡੀਆਂ ਚੁਣੌਤੀਆਂ, ਇਹਨਾਂ ਸਾਰੇ ਮਾਮਲਿਆਂ ਤੇ ਆਪਾਂ ਚਰਚਾ ਕਰ ਰਹੇ ਹਾਂ। ਜਿਹੜੀ ਭਾਜਪਾ ਦੀ ਮੀਟਿੰਗ ਹੁਣੇ ਡਿਬੇਟ ਤੋਂ ਕੁਝ ਮਿੰਟ ਪਹਿਲਾਂ ਸਮਾਪਤ ਹੋਈ ਹੈ। ਮੇਰੇ ਨਾਲ ਭਾਜਪਾ ਦੇ ਸੀਨੀਅਰ ਨੇਤਾ ਨੇ ਹਰਜੀਤ ਸਿੰਘ ਗਰੇਵਾਲ, ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੇ ਨੀਲ ਗਰਗ ਜੀ, ਇੰਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਨੇ ਅਰਸ਼ਦੀਪ ਕਲੇਰ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਗਰੇਵਾਲ ਜੀ, ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ। ਹੁਣੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਖਤਮ ਹੋਈ ਹੈ,
ਜਿਸ ਮੁੱਦੇ ਤੇ ਚਰਚਾ ਹੋਈ ਹੈ ਪੰਜਾਬ ਦਾ ਮੰਥਨ ਤਾਂ ਕੀਤਾ ਹੀ ਗਿਆ ਹੈ। ਸਾਡੀ ਜਾਣਕਾਰੀ ਮੁਤਾਬਕ ਇਹ ਹੈ ਕਿ ਭਾਜਪਾ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਤੇ ਚੋਣ ਲੜੀ ਜਾਏਗੀ। ਵੱਡੀ ਪੱਧਰ ਤੇ ਰਾਜਸੀ ਚੁਣੌਤੀ ਦਿੱਤੀ ਜਾ ਰਹੀ ਹੈ ਦੂਜੀਆਂ ਰਾਜਸੀ ਧਿਰਾਂ ਨੂੰ। ਗਰੇਵਾਲ ਜੀ, ਦੂਜੇ ਮਾਮਲਿਆਂ ਤੇ ਵੀ ਕਰਾਂਗੇ ਚਰਚਾ, ਪਰ ਮੈਂ ਚਾਹੁੰਦਾ ਕਿ ਇਸ ਕ੍ਰਿਟੀਕਲ ਮੁੱਦੇ ਤੇ ਪਹਿਲਾਂ ਤੁਸੀਂ ਗੱਲ ਕਰੋ। ਜੀ ਗਰੇਵਾਲ ਸਾਹਿਬ। ਦੇਖੋ ਜਗਤਾਰ ਜੀ, ਮੈਂ ਇਹਦੇ 'ਚ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਇੱਥੇ ਪੰਜਾਬ ਦੀ ਧਰਤੀ ਤੇ ਆਤੰਕਵਾਦ ਵੀ ਹੋਇਆ ਔਰ ਬੜਾ ਸੰਤਾਪ ਭੁਗਤਿਆ, ਪਰ ਉਸ ਸਮੇਂ ਵੀ ਕਦੇ ਏਦਾਂ ਨਹੀਂ ਹੋਇਆ ਤੇ ਤੁਸੀਂ ਮੀਟਿੰਗ ਕਰ ਰਹੇ ਹੋ, ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਨੂੰ ਮੀਟਿੰਗ ਨਹੀਂ ਕਰਨ ਦਿੱਤੀ ਤੇ ਤੁਹਾਨੂੰ ਆ ਕੇ ਇਹ ਨਹੀਂ ਕਿਹਾ ਗਿਆ ਕਿਸੇ ਰਾਜਨੀਤਿਕ ਦਲ ਦੇ ਕਾਰਜਕਰਤਾ ਨੂੰ ਕਿ ਤੂੰ ਜੇ ਨਹੀਂ ਜਿੱਤੇਗਾ ਤਾਂ ਤੇਰਾ ਬਾਈਕਾਟ ਤੇ ਤੈਨੂੰ ਅਸੀਂ ਦੇਖਾਂਗੇ, ਤੇਰੀ ਦੁਕਾਨ ਤੋਂ ਸਮਾਨ ਨਹੀਂ ਖਰੀਦਾਂਗੇ, ਤੇਰਾ ਸਮਾਜਿਕ ਬਾਈਕਾਟ ਕਰਾਂਗੇ। ਤੇ ਇਹ ਸਾਰੀਆਂ ਗੱਲਾਂ ਅੱਜ ਹੋ ਰਹੀਆਂ ਨੇ ਜਿਹੜੀਆਂ ਉਸ ਵੇਲੇ ਨਹੀਂ ਹੋਈਆਂ। ਇਹ ਉਸ ਤੋਂ ਖਤਰਨਾਕ ਹੈ। ਔਰ ਦੂਜੀ ਗੱਲ ਕੀ ਹੈ ਕਿ ਮੌਬ ਲਿੰਚਿੰਗ ਕੀ ਹੁੰਦੀ ਹੈ, ਜੋ ਸਾਡੇ ਵਿਧਾਇਕ ਨਾਲ ਹੋਇਆ ਉਹ ਮੌਬ ਲਿੰਚਿੰਗ ਹੈ। ਔਰ ਤੀਸਰੀ ਗੱਲ ਕੀ ਆ ਕਿ ਜਦੋਂ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ, ਇਹ ਅਸਲ ਮੈਂ ਸਿੱਧਾ ਕਹਿਣਾ ਕਿ ਰਾਜਨੀਤਿਕ ਆਤੰਕਵਾਦ ਹੈ ਇਹ ਕੈਪਟਨ ਅਮਰਿੰਦਰ ਸਿੰਘ ਦਾ ਔਰ ਇਹਨਾਂ ਦੇ ਲੋਕਾਂ ਦਾ ਪ੍ਰਧਾਨ। ਇਹ ਅੱਜ ਤਾਂ ਸਾਡੇ ਦੇ ਟਾਈਮ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵੀ ਕਰਦਾ ਹੁੰਦਾ, ਜਦੋਂ ਪਿਛਲੀ ਵਾਰ ਆਇਆ ਨਾ ਉਹ ਖੂੰਡਾ ਦਿਖਾਉਂਦਾ ਹੁੰਦਾ। ਇਹਦੀ ਇਹ ਨਿਸ਼ਚਿਤ ਆ ਕਿ ਆਹ ਖੂੰਡਾ ਹੈਗਾ, ਮੈਂ ਅਕਾਲੀ ਦਲ ਨੂੰ ਸਿੱਧੇ ਕਰ ਦਊਂਗਾ, ਭੇਟ ਕਰਵਾਉਂਦਾ ਹੁੰਦਾ। ਉਹੀ ਕੰਮ ਹੁਣ ਇਹ ਸਾਡੇ ਲੋਕਾਂ ਨਾਲ ਕਰਨ ਜਾ ਰਿਹਾ। ਇਹ ਰਾਜਨੀਤਿਕ ਆਤੰਕਵਾਦ ਆ ਸਿੱਧਾ ਔਰ ਇਹਦਾ ਖਾਤਮਾ ਪੰਜਾਬ ਦੀ ਧਰਤੀ ਤੋਂ ਹੋਣਾ ਚਾਹੀਦਾ। ਔਰ ਮੈਂ ਸਮਝਦਾ ਕਿਸਾਨ ਦੀ ਐਜੀਟੇਸ਼ਨ ਇੱਕ ਤਰਫ ਆ, ਉਹ ਹੋਣੀ ਚਾਹੀਦੀ ਹੈ। ਸਾਨੂੰ ਇਤਰਾਜ਼ ਨਹੀਂ ਕਿਸੇ, ਪਰ ਜੇ ਸਾਡੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਵੇ, ਸਾਡੇ ਤੇ ਰਾਜਨੀਤਿਕ ਆਤੰਕਵਾਦ ਹੋਵੇ। ਗਰੇਵਾਲ ਜੀ, ਪੰਜਾਬ 'ਚ ਆਤੰਕਵਾਦ ਜਾਤਵਾਦ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਸ ਮੁੱਦੇ ਤੇ ਵੀ ਮੈਂ ਸਵਾਲ ਲਵਾਂਗਾ, ਪਰ ਮੇਰੀ ਜਾਣਕਾਰੀ ਮੁਤਾਬਕ ਜਿਹੜਾ ਇਹ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਲਈ ਤਿਆਰੀ ਕਰ ਲਓ। ਇਹ ਮਾਮਲਾ ਆਇਆ ਨਹੀਂ, ਵਿਧਾਨ ਸਭਾ ਤਾਂ ਲੜਨੀ ਹੈ, ਅਸੀਂ ਸਾਰੀਆਂ ਸੀਟਾਂ ਲੜਨੀਆਂ ਨੇ, ਉਹ ਤੈਅ ਆ। ਪਰ ਉਸ ਦੀ ਤਿਆਰੀ ਅਸੀਂ ਕਰ ਰਹੇ ਹਾਂ, ਬਕਾਇਦਾ ਇਹ ਕਾਰਜਕ੍ਰਮ ਉਸ ਦੀ ਤਿਆਰੀ ਹੁੰਦੇ ਆ ਕਿ ਆਪਣੇ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਰੈਲੀਆਂ ਸ਼ੁਰੂ ਕੀਤੀਆਂ ਨੇ, ਇਸੇ ਤਰ੍ਹਾਂ ਅਸੀਂ ਵੀ ਆਪਣੇ ਕਾਰਜਕ੍ਰਮ ਸ਼ੁਰੂ ਕੀਤੇ ਨੇ ਤੇ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਤੇ ਅਸੀਂ ਵੀ ਕਰ ਰਹੇ ਹਾਂ। ਔਰ ਇੱਕ ਰੈਲੀ ਵੀ ਕਰਾਂਗੇ, ਕਰਨ ਜਾ ਰਹੇ ਹਾਂ ਲੁਧਿਆਣਾ 'ਚ ਤੇ ਜਲਦੀ ਉਹਦੀ ਡੇਟ ਵੀ ਪਤਾ ਲੱਗ ਜੂਗੀ। ਔਰ ਬਾਕੀ ਬਹੁਤ ਸਾਰੇ ਪ੍ਰੋਗਰਾਮ ਆ ਜਿਹੜੇ ਹਰ 2-3 ਦਿਨ ਬਾਅਦ ਅਸੀਂ ਲਿਖੇ ਆ। ਕਿਤੇ ਮਹਿਲਾਵਾਂ ਦਾ ਹੈਗਾ, ਕਿਤੇ ਯੂਥ ਦਾ ਹੈ, ਕਿਸੇ ਜਗ੍ਹਾ ਕਿਸਾਨਾਂ ਦਾ ਹੈ, ਕਿਸੇ ਜਗ੍ਹਾ ਅਸੀਂ ਜਾਵਾਂਗੇ। ਉਹ ਅਸੀਂ ਕਰ ਰਹੇ ਹਾਂ, ਉਹਦੀ ਬਣਾਈ ਆ, ਉਹਦੇ ਲਈ ਅੱਜ ਨੀਤੀ ਬਣਾਈ ਹੈ। ਜੀ ਗਰੇਵਾਲ ਜੀ, ਮੈਂ ਵਾਪਸ ਆਵਾਂਗਾ ਇਹਨਾਂ ਮੁੱਦਿਆਂ ਦੇ ਤੁਹਾਡੇ ਵੱਲ। ਗਰਗ ਸਾਹਿਬ, ਤੁਸੀਂ ਕਮੈਂਟ ਸੁਣਿਆ, ਉਹਨਾਂ ਨੇ ਕਿਹਾ ਕਿ ਭਾਜਪਾ ਨੇ ਤੈਅ ਕਰ ਲਿਆ ਕਿ ਪੰਜਾਬ 'ਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ, ਕਿਸਾਨੀ ਅੰਦੋਲਨ ਦੇ ਮੁੱਦੇ ਦੀ ਗੱਲ ਕਰ ਰਿਹਾ ਹੈ, ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੀ ਗੱਲ ਕਰ ਰਿਹਾ, ਪਰ ਉਹਨਾਂ ਨੇ ਕਿਹਾ ਕਿ ਭਾਜਪਾ ਖੁੱਲ੍ਹ ਕੇ ਪੰਜਾਬ 'ਚ ਆ ਰਹੀ ਹੈ, ਵੱਡੀ ਰੈਲੀ ਵੀ ਕੀਤੀ ਜਾਏਗੀ ਔਰ 117 ਵਿਧਾਨ ਸਭਾ ਹਲਕਿਆਂ ਦੇ ਲਈ ਭਾਜਪਾ ਨੇ ਤਹਈਆ ਕਰ ਲਿਆ ਚੋਣ ਲੜਨ ਦਾ। ਸਿੱਧੂ ਸਾਹਿਬ, ਦੇਖੋ, ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਹਰ ਰਾਜਨੀਤਿਕ ਪਾਰਟੀ ਨੂੰ ਇਹ ਅਧਿਕਾਰ ਹੈਗਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੀ ਹੈ। ਤੇ ਜੇਕਰ ਬੀਜੇਪੀ 117 ਸੀਟਾਂ ਦੇ ਉੱਤੇ ਇਲੈਕਸ਼ਨ ਲੜਨਾ ਚਾਹੁੰਦੀ ਹੈ, ਕੋਈ ਨਵੀਂ ਗੱਲ ਤਾਂ ਹੈ ਨਹੀਂ, ਇਹ ਉਹਨਾਂ ਦਾ ਹੱਕ ਵੀ ਆ, ਉਹਨਾਂ ਨੂੰ ਲੜਨਾ ਵੀ ਚਾਹੀਦਾ ਹੈਗਾ। ਔਰ ਜਿੱਥੋਂ ਤੱਕ ਉਹਨਾਂ ਨੇ ਗੱਲ ਕੀਤੀ ਮੌਬ ਲਿੰਚਿੰਗ ਦੀ ਜਾਂ ਹਿਊਮਨ ਰਾਈਟਸ ਦੀ, ਸ਼ਾਇਦ ਗਰੇਵਾਲ ਸਾਹਿਬ ਇਹ ਭੁੱਲ ਜਾਂਦੇ ਹੈਗੇ ਆ ਕਿ ਥਕਾਉਣ ਤੇ ਭੜਕਾਉਣ ਵਾਲੀ ਜਿਹੜੀ ਨੀਤੀ ਬੀਜੇਪੀ ਦੀ ਕੇਂਦਰੀ ਸਰਕਾਰ ਨੇ ਸ਼ੁਰੂ ਕੀਤੀ ਹੈਗੀ ਹੈ, ਔਰ ਲਗਾਤਾਰ ਇਹਨਾਂ ਦੇ ਜਿਹੜੇ ਕੁਝ ਨੇਤਾ ਨੇ, ਉਹਨਾਂ 'ਚ ਭਾਵੇਂ ਖੱਟੜ ਸਾਹਿਬ ਹੋਣ, ਭਾਵੇਂ ਅਨਿਲ ਵਿਜ ਹੋਣ, ਭਾਵੇਂ JP ਦਲਾਲ ਹੋਣ, ਭਾਵੇਂ ਕਪਿਲ ਮਿਸ਼ਰਾ ਹੋਣ, ਭਾਵੇਂ ਕੰਗਨਾ ਰਣੌਤ ਹੋਣ, ਤੇ ਭਾਵੇਂ ਬਦੂਰੀਆ ਹੋਣ, ਜਾਂ ਹੋਰ ਬਹੁਤ ਸਾਰੇ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ ਲੀਡਰ ਹੋਣ, ਇਹ ਨੀਤੀ ਇਹਨਾਂ ਦੀ ਆਪਣੀ ਹੀ ਸ਼ੁਰੂ ਕੀਤੀ ਹੋਈ ਹੈਗੀ ਹੈ। ਹੁਣ ਆਪਣੇ ਵੇਲੇ ਜਦੋਂ ਇਹਨਾਂ ਨੂੰ ਇਹ ਲੱਗ ਰਿਹਾ ਹੈਗਾ ਕਿ ਇਹ ਮੌਬ ਲਿੰਚਿੰਗ ਹੈਗੀ, ਲਿੰਚਿੰਗ ਦਾ ਸ਼ਬਦ ਤਾਂ ਪਹਿਲੀ ਵਾਰੀ ਜੇ ਹਿੰਦੁਸਤਾਨ ਦੇ ਲੋਕਾਂ ਨੇ ਸੁਣਿਆ ਸੀ ਤਾਂ ਇਹਨਾਂ ਦੇ ਪਿਛਲੇ 6.5 ਸਾਲ ਦੇ ਰਾਜ ਦੇ ਵਿੱਚ ਹੀ ਸੁਣਿਆ ਹੈਗਾ, ਕਿਉਂਕਿ ਜਿਸ ਤਰੀਕੇ ਨਾਲ ਮੌਬ ਲਿੰਚਿੰਗ ਦੇ ਥਰੂ
ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਡਰਾਇਆ ਗਿਆ। ਜਿਹੜਾ ਵੀ ਇਹਨਾਂ ਦਾ ਕਿਸੇ ਵੀ ਮੁੱਦੇ ਦੇ ਉੱਤੇ ਵਿਰੋਧ ਕਰਦਾ, ਮੌਬ ਲਾਂਚਿੰਗ ਦੇ ਥਰੂ ਜਿਹੜਾ ਹੈਗਾ ਇਹ ਐਕਸਪਰਟ ਪਾਰਟੀ ਹੈਗੀ ਮੌਬ ਲਾਂਚਿੰਗ ਦੇ ਵਿੱਚ, ਜਿੱਥੇ ਇਹ ਲੋਕਾਂ ਨੂੰ ਡਰਾਉਂਦੇ ਹੈਗੇ ਆ। ਔਰ ਜੇ ਅੱਜ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਤੁਸੀਂ ਇਸ ਦੇ ਉੱਤੇ ਡਿਬੇਟ ਕਰਾ ਰਹੇ ਹੋ ਕਿ ਬੀਜੇਪੀ 117 ਸੀਟਾਂ ਤੇ ਲੜ ਰਹੀ ਹੈ, ਤਾਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ ਜੋ ਇਸ ਲੈਵਲ ਤੱਕ ਪਹੁੰਚਿਆ ਹੈਗਾ, ਜੋ ਸਫਲ ਹੈਗਾ, ਜੋ ਇੰਨਾ ਲੰਬਾ ਚੱਲਿਆ ਹੈਗਾ, ਤਾਂ ਉਹਦੀ ਇੱਕੋ ਇੱਕ ਖਾਸੀਅਤ ਹੈ ਕਿ ਇਹਦਾ ਸ਼ਾਂਤਮਈ ਹੋਣਾ। ਔਰ ਤੁਸੀਂ ਦੇਖੋ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਕਿਸਾਨ ਅੰਦੋਲਨ ਸ਼ਾਂਤ ਰਿਹਾ। ਔਰ ਕੋਈ ਵੀ ਇਨਸਾਨ, ਕੋਈ ਵੀ ਪੋਲੀਟੀਕਲ ਪਾਰਟੀ, ਕੋਈ ਵੀ ਸਮਾਜਿਕ ਕਾਰਜਕਰਤਾ ਕਿਸੇ ਵੀ ਹਿੰਸਾ ਦੀ ਜਿਹੜੀ ਹਮਾਇਤ ਨਹੀਂ ਕਰ ਸਕਦਾ। ਜਿਹੜਾ ਪਿਛਲੇ ਦਿਨ ਕੋਈ ਇਸ ਤਰ੍ਹਾਂ ਦਾ ਘਟਨਾ ਵਾਪਰੀ ਵੀ ਉਹਦੀ ਵੀ ਕਦੇ ਕਿਸੇ ਨੇ ਹਮਾਇਤ ਨਹੀਂ ਕੀਤੀ, ਨਾ ਕਿਸੇ ਰਾਜਨੀਤਿਕ ਪਾਰਟੀ ਨੇ ਕੀਤੀ। ਅਸੀਂ ਖੁਦ ਵੀ ਉਸ ਦੀ ਨਿੰਦਾ ਕਰਦੇ ਹੈਗੇ ਆ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਡੈਮੋਕ੍ਰੇਸੀ ਦਾ ਜਿਹੜਾ ਮੀਨਿੰਗ ਹੈ ਨਾ, ਉਹ ਪਾਰਟੀ ਦਰ ਪਾਰਟੀ ਜਾਂ ਲੋਕਾਂ ਦੇ ਪ੍ਰਤੀ ਹੋਰ, ਆਪਣੀ ਪਾਰਟੀ ਦੇ ਪ੍ਰਤੀ ਹੋਰ ਇਹ ਨਹੀਂ ਹੋ ਸਕਦਾ। ਲੋਕਤੰਤਰ ਦਾ ਮਤਲਬ, ਡੈਮੋਕ੍ਰੇਸੀ ਦਾ ਮਤਲਬ ਹਰ ਇੱਕ ਲਈ ਹੈਗਾ। ਜਿੱਥੇ ਜਾਣੀ ਕਿ ਬੀਜੇਪੀ ਨੂੰ ਅਧਿਕਾਰ ਹੈਗਾ ਕਿ 117 ਸੀਟਾਂ ਤੇ ਚੋਣਾਂ ਲੜੇ, ਆਪਣਾ ਪ੍ਰਚਾਰ ਕਰੇ, ਆਪਣਾ ਪ੍ਰੋਗਰਾਮ ਦੇਵੇ, ਉੱਥੇ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਜਾਂ ਹਿੰਦੁਸਤਾਨ ਦੇ ਕਿਸਾਨਾਂ ਨੂੰ ਜਾਂ ਵਪਾਰੀਆਂ ਨੂੰ ਜਾਂ ਮੁਲਾਜ਼ਮਾਂ ਨੂੰ ਵੀ ਅਧਿਕਾਰ ਹੈਗਾ ਕਿ ਉਹ ਆਪਣੀ ਗੱਲ ਕਹਿ ਸਕਣ। ਜਦੋਂ ਆਪਣੀ ਗੱਲ ਕਹਿੰਦੇ ਆ ਤਾਂ ਇਹ ਡੰਡੇ ਦੇ ਜ਼ੋਰ ਨਾਲ ਚਲਾਉਂਦੇ, ਤਾਂ ਉਦੋਂ ਡੈਮੋਕ੍ਰੇਸੀ ਕਿੱਥੇ ਜਾਂਦੀ ਹੈ? ਸਵਾਲ ਤੇ ਸਿਰਫ ਇੰਨਾ ਹੈ। ਓਕੇ, ਆਪਾਂ ਇਸ ਮੁੱਦੇ ਤੇ ਜਵਾਬ ਲਵਾਂਗੇ ਗਰੇਵਾਲ ਜੀ ਤੋਂ। ਉਸ ਤੋਂ ਪਹਿਲਾਂ ਕਲੇਰ ਜੀ ਜਿਹੜਾ ਇਸ ਮਾਮਲੇ ਤੇ ਇੰਤਜ਼ਾਰ ਕਰ ਰਹੇ ਹੈ। ਕਲੇਰ ਜੀ, ਜੋ ਭਾਜਪਾ ਨੇ ਫੈਸਲਾ ਲਿਆ ਉਹ ਤਾਂ ਹਾਈ ਹੈ, 117 ਸੀਟਾਂ ਤੇ ਪਹਿਲੀ ਵਾਰੀ ਹੈ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਸੀ ਅਲੱਗ-ਅਲੱਗ 23 ਸੀਟਾਂ ਤੱਕ ਸੀਮਿਤ ਰਹੇ ਹੈ। ਹੁਣ ਕਹਿੰਦੇ ਕਿ 117 ਸੀਟਾਂ ਤੇ ਚੋਣ ਲੜਾਂਗੇ। ਜਿੱਦਾਂ ਹਰ ਪਾਰਟੀ ਦਾ ਅਧਿਕਾਰ ਹੈ 117 ਸੀਟਾਂ ਤੇ ਚੋਣ ਲੜਨਾ, ਡੈਮੋਕ੍ਰੈਟਿਕ ਰਾਈਟ ਹੈ। ਪਰ ਜੋ ਪੋਲੀਟੀਕਲ ਨਜ਼ਰੀਏ ਤੋਂ ਇਸ ਫੈਸਲੇ ਨੂੰ ਜਾਂ ਇਹਦੇ ਕੀ ਕੰਪਲੀਕੇਸ਼ਨਸ ਆਉਣਗੀਆਂ, ਉਹਨੂੰ ਕਿਵੇਂ ਦੇਖ ਰਹੇ ਹੋ ਕਲੇਰ ਸਾਹਿਬ? ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਡੈਮੋਕ੍ਰੈਟਿਕ ਕੰਟਰੀ ਹੈ, ਹਰ ਪਾਰਟੀ ਨੂੰ ਰਾਈਟ ਹੈ ਆਪਣਾ ਪ੍ਰੋਗਰਾਮ ਲੈ ਕੇ ਜਾਣ ਦਾ ਲੋਕਾਂ ਦੇ ਵਿੱਚ। ਔਰ ਅਗਰ ਅੱਜ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਲੜਨਾ ਚਾਹੁੰਦੀ ਹੈ ਤਾਂ ਸਵਾਗਤ ਹੈ, ਲੜਨਾ ਚਾਹੀਦਾ ਹੈ। ਇਹ ਇੱਕ ਪਾਰਟੀ ਹੈ, ਨੈਸ਼ਨਲ ਪਾਰਟੀ ਹੈ, ਲੜ ਸਕਦੀ ਹੈ। ਗੱਲ ਅੱਜ ਜਿਹੜੀ ਪੰਜਾਬ ਦੀ ਹੈ, ਮੈਂ ਫਿਰ ਦੁਬਾਰਾ ਕਹਾਂ ਕਿ ਜੋ ਪੰਜਾਬ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਘਟਨਾਵਾਂ ਹੋਈਆਂ, ਮੈਂ ਉਹਨਾਂ ਦੀ ਕੜੀ ਨਿੰਦਾ ਕਰਦਾ। ਇਹ ਮੇਰਾ ਪੰਜਾਬ ਨਹੀਂ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਉਰੇ ਅਸੀਂ ਇੱਜ਼ਤਾਂ ਦੇ ਰਾਖੇ ਲੋਕ, ਤੇ ਜੋ ਉੱਥੇ ਮਲੋਟ ਦੇ MLA ਸਾਹਿਬ ਨਾਲ ਕੀਤਾ, ਇਹ ਪੰਜਾਬੀਅਤ ਨਹੀਂ। ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਕੇਂਦਰ ਨੇ ਆਪਣੇ ਤੇ ਕਾਲੇ ਕਾਨੂੰਨ ਥੋਪੇ ਨੇ। ਆਪਾਂ ਬਹੁਤ ਬੁਰੇ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ, ਪਰ ਪੰਜਾਬ ਦਾ ਇਤਿਹਾਸ ਰਿਹਾ ਕਿ ਨਾ ਤਾਂ ਉਰੇ ਕਦੇ ਭਾਈ ਮਾਰੂ ਜੰਗ ਹੋਈ ਹੈ, ਨਾ ਜਾਤ ਪਾਤ ਤੇ ਉਰੇ ਕੋਈ ਦੰਗੇ ਆਪਾਂ ਖੋਣ ਦਿੱਤੇ ਨੇ। ਸੋ ਆਪਾਂ ਆਪਣਾ ਇਤਿਹਾਸ ਨਹੀਂ ਖਰਾਬ ਕਰਨਾ, ਆਪਾਂ ਸਹਿਣਸ਼ੀਲਤਾ ਨਾਲ ਲੜਾਈ ਲੜਨੀ ਹੈ। ਪਰ ਗੱਲ ਜਿਹੜੀ BJP ਸਰਕਾਰ ਦੀ ਹੈ ਜਗਤਾਰ ਜੀ, ਅੱਜ ਮਾਹੌਲ ਇਹ ਬਣਿਆ ਕਿਉਂ? ਅਗਰ ਅੱਜ ਪੰਜਾਬ ਦੇ ਵਿੱਚ ਐਸਾ ਮਾਹੌਲ ਬਣਿਆ ਤਾਂ ਉਹਦਾ ਕਾਰਨ ਵੀ ਜਿਹੜੀ ਸੈਂਟਰ ਦੀ ਉਰੇ ਦੇ ਲੋਕਾਂ ਨਾਲ, ਹਿੰਦੁਸਤਾਨ ਦੇ ਲੋਕਾਂ ਨਾਲ ਇੱਕ ਕਮਿਊਨੀਕੇਸ਼ਨ ਗੈਪ ਜਿਹੜਾ ਵੱਧਦਾ ਜਾ ਰਿਹਾ ਉਹ ਹੈ। ਮੇਰੀ ਭੰਡਾਰੀ ਸਾਹਿਬ ਨਾਲ ਇੱਕ ਦੋ ਚੈਨਲਾਂ ਤੇ ਇਸ ਗੱਲ ਬਾਰੇ ਬਹਿਸ ਵੀ ਹੋਈ। ਮੈਂ ਇਹ ਓਪਨਲੀ ਕਹਿਣਾ ਕਿ ਹਿੰਦੁਸਤਾਨ ਦੇ ਵਿੱਚ ਸਿਵਲ ਵਾਰ ਦੇ ਹਾਲਾਤ ਨੇ, ਪਰ BJP ਇਹਨੂੰ ਮੰਨਣ ਨੂੰ ਤਿਆਰ ਨਹੀਂ। ਔਰ ਉਹਦੇ ਸਿੱਟੇ ਹੁਣ ਸਾਹਮਣੇ ਆ ਰਹੇ ਨੇ। ਇਹ ਲੋਕਾਂ ਤੇ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਗੈਪ ਵੱਧਦਾ ਜਾ ਰਿਹਾ ਬਹੁਤ ਘਾਤਕ ਹੈ। ਔਰ ਜਿੱਦ ਤੱਕ BJP ਗੱਲ ਕਰਦੀ ਹੈ, ਮੈਂ ਦੁਬਾਰਾ ਉਸ ਗੱਲ ਤੇ ਆਉਣਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਲੜੋ, ਇਲੈਕਸ਼ਨ ਲੜਨ ਤੋਂ ਕੋਈ ਨਹੀਂ ਰੋਕਦਾ। ਪਰ ਜਿੱਥੇ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਉਹ ਸਟੇਟ ਹੈ ਜਿੱਥੇ 80% ਲੋਕ ਐਗਰੀਕਲਚਰ ਦੇ ਉੱਤੇ ਨਿਰਭਰ ਕਰਦੇ ਨੇ, ਔਰ BJP ਉਹਨੂੰ ਹੀ ਖਤਮ ਕਰਨ ਤੇ ਤੁਰ ਪਈ। ਉਰੇ ਰੋਟੀ ਦੀ ਲੜਾਈ ਹੈ, ਉਰੇ ਕੋਈ ਜ਼ਿੱਦ ਨਹੀਂ। ਜ਼ਿੱਦ ਕੇਂਦਰ ਸਰਕਾਰ ਦੀ ਹੋ ਸਕਦੀ ਹੈ, ਕਿਸਾਨ ਦੀ ਤਾਂ ਰੋਟੀ ਦੀ ਲੜਾਈ ਹੈ। ਬਹੁਤ ਵੱਡਾ ਸੰਕਟ ਹੈ। BJP ਦੇ ਨੁਮਾਇੰਦੇ ਉਹਨੂੰ ਹੱਲ ਕਰਨ। ਰਾਦਰ ਦਿਨ ਮੈਂ ਦੇਖ ਰਿਹਾ ਕਿ BJP ਦੇ ਕਈ ਲੀਡਰ ਕਿਸਾਨਾਂ ਨੂੰ ਗਲਤ ਨਾਮ ਵੀ ਦਿੰਦੇ ਰਹੇ, ਪਾਕਿਸਤਾਨੀ, ਖਾਲਿਸਤਾਨੀ, ਚੀਨ ਸਮਰਥਕ। ਉਹਨੇ ਇੱਕ ਕੜੱਤਨ ਇੰਨੀ ਜ਼ਿਆਦਾ ਭਰ ਦਿੱਤੀ ਹੈਗੀ ਹੈ, ਉਹਦਾ ਹੱਲ ਕੀਤਾ ਜਾਵੇ। 3 ਕਾਲੇ ਕਾਨੂੰਨ ਰੱਦ ਕਰਾਏ ਜਾਣ, ਉਸ ਤੋਂ ਬਾਅਦ ਆਉਣ ਚੁਣਾਵ ਲੜਨ, ਰੈਲੀਆਂ ਕਰਨ। ਇਹਨਾਂ ਨੂੰ ਮੈਂ ਇਸ ਗੱਲ ਦੇ ਵਿੱਚ ਕਦੇ ਵੀ ਨਹੀਂ ਪੈਣਾ ਚਾਹੁੰਦਾ ਕਿ ਕੋਈ ਰੈਲੀ ਕਰੇ ਨਾ ਕਰੇ। ਮੈਂ ਤਾਂ ਕਹਿਣਾ ਕਿ ਜੋ ਸਟੇਟ ਦੇ ਮੁੱਦੇ ਨੇ, ਮੁੱਦੇ ਹੱਲ ਕਰੋ, ਜਮ ਰੈਲੀਆਂ ਕਰੋ, ਜਿੰਨੀਆਂ ਮਰਜ਼ੀ ਕਰੋ। ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਹੈਗੀ ਰੋਟੀ ਦੀ ਲੜਾਈ ਜਿਹੜੀ ਹੈਗੀ ਉਹ ਵੱਡੀ ਹੈ, ਚੋਣਾਂ ਦੀ ਲੜਾਈ ਨਹੀਂ ਹੈ? ਚੋਣਾਂ ਦੀ ਲੜਾਈ ਤਾਂ ਰੋਟੀ ਦਾ ਮਸਲਾ ਹੱਲ ਕਰਿਆ ਜਾਵੇ। ਕਲੇਰ ਜੀ, ਇਹ ਕਹਿ ਰਹੇ ਹੋ ਤੁਸੀਂ? ਬਿਲਕੁਲ, ਮੈਂ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੀ ਰੋਟੀ ਦੀ ਲੜਾਈ ਹੈ। ਛੋਟਾ ਕਿਸਾਨ, ਉਰੇ ਆੜਤੀਏ ਤੱਕ ਤੇ ਤੁਸੀਂ ਸਵਾਲੀਆ ਨਿਸ਼ਾਨ ਖੜਾ ਕਰਤਾ ਕਾਲੇ ਕਾਨੂੰਨ ਲਿਆ ਕੇ। ਔਰ ਜਿਹੜੇ ਹੁਣ FCI ਦੀਆਂ ਨਵੀਆਂ ਗਾਈਡਲਾਈਨਸ ਆਈਆਂ, ਹਾਲਾਂਕਿ ਸੂਬੇ ਦੀ ਸਰਕਾਰ ਉਹਨਾਂ ਦਾ ਸਮਰਥਨ ਕਰ ਚੁੱਕੀ ਹੈ। ਮੈਂ ਫਿਰ ਦੁਬਾਰਾ ਕਹਿਣਾ ਕਿ ਇਹ ਮਸਲੇ ਸੁਲਝਾਉਣ ਦੀ ਲੋੜ ਹੈ। ਉਰੇ ਹੋਰ ਤਰ੍ਹਾਂ ਦੀ ਸਿਚੁਏਸ਼ਨ ਹੈ।
ਜਗਤਾਰ ਜੀ ਗੱਲ ਉਰੇ Okay. 2022 ਦੀ ਨਹੀਂ, ਗੱਲ ਅੱਜ ਉਰੇ ਫਿਊਚਰ ਜਨਰੇਸ਼ਨਸ ਦੀ ਹੈ। ਅਗਰ ਪੰਜਾਬ ਨੂੰ ਦੁਬਾਰਾ ਅੱਗ ਲੱਗ ਗਈ ਤਾਂ ਨਸਲਾਂ ਦੀਆਂ ਨਸਲਾਂ ਤਬਾਹ ਹੋ ਜਾਣਗੀਆਂ, ਪੰਜਾਬ ਨੇ ਖੜਾ ਨਹੀਂ ਹੋਣਾ। ਸੋ ਮੇਰੀ ਬੇਨਤੀ ਹੈ ਕਿ ਜਿਹੜਾ ਭੱਖ ਦਾ ਮਸਲਾ ਪਹਿਲਾਂ ਪੰਜਾਬ ਦਾ, ਉਹਨੂੰ ਹੱਲ ਕਰਿਆ ਜਾਵੇ। ਓਕੇ, ਥੈਂਕ ਯੂ ਵੈਰੀ ਮਚ। ਆਪਾਂ ਜਵਾਬ ਲੈਂਦੇ ਹਾਂ। ਗਰੇਵਾਲ ਸਾਹਿਬ, ਤੁਸੀਂ ਕਮੈਂਟ ਸਾਹਿਬ ਦੇ ਵੀ ਔਰ ਕਲੇਰ ਜੀ ਦੀ ਵੀ ਉਹਨਾਂ ਦਾ ਕਹਿਣਾ ਹੈ ਕਿ ਠੀਕ ਹੈ, ਇਲੈਕਸ਼ਨ ਲੜਨਾ ਹਰ ਇੱਕ ਦਾ ਇੱਕ ਜਮਹੂਰੀ ਅਧਿਕਾਰ ਹੈ, ਪਰ ਜੋ ਸਥਿਤੀਆਂ ਜੋ ਮਾਹੌਲ ਬਣਿਆ ਸਿੱਧੇ ਤੌਰ ਤੇ ਕਹਿੰਦੇ ਕਿ ਇਹਦੇ ਲਈ ਭਾਜਪਾ ਜ਼ਿੰਮੇਵਾਰ ਹੈ। ਰੋਟੀ ਦਾ ਮਸਲਾ ਹੱਲ ਕਰਿਆ ਜਾਵੇ, ਚੋਣਾਂ ਦਾ ਭਾਜਪਾ ਜਮ ਕੇ ਲੜੇ, ਉਸ ਮੁੱਦੇ ਤੇ ਵੀ ਲੋਕ ਜਵਾਬ ਆਪਣੇ ਤੌਰ ਤੇ ਜਮਹੂਰੀ ਹੱਕ ਹੈ ਦੇਣਗੇ, ਪਰ ਪਹਿਲਾਂ ਮਸਲੇ ਹੱਲ ਕਰੋ ਪੰਜਾਬ ਦੇ, ਤਾਂ ਹੀ ਲੋਕਾਂ 'ਚ ਜਾਓਗੇ ਨਾ। ਗਰੇਵਾਲ ਜੀ, ਇਸ ਤਰ੍ਹਾਂ ਪੰਜਾਬ ਦੇ ਮਸਲੇ ਪੰਜਾਬ ਸਰਕਾਰ ਨੇ ਹੱਲ ਕਰਨੇ ਆ। ਪੰਜਾਬ 'ਚ ਭ੍ਰਿਸ਼ਟਾਚਾਰ ਆ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਈ ਆ, ਬਹੁਤ ਬੇਰੁਜ਼ਗਾਰੀ ਆ। ਉਹ ਸਾਰੀਆਂ ਚੀਜ਼ਾਂ ਤੋਂ ਧਿਆਨ ਹਟਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿਹੜਾ ਕਿਸਾਨਾਂ ਨੂੰ ਭੜਕਾਇਆ ਔਰ ਚੰਦ ਕਿਸਾਨ ਲੀਡਰ ਉਹਦੇ ਹੱਥਾਂ 'ਚ ਖੇਡ ਰਹੇ ਆ, ਔਰ ਉਹ ਲੀਡਰਾਂ ਤੋਂ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਬੀਜੇਪੀ ਦੇ ਵਰਕਰਾਂ ਤੇ ਲੀਡਰਾਂ ਤੇ ਕਰਵਾ ਰਹੇ ਆ। ਸ਼ਰੇਆਮ ਧਮਕੀਆਂ ਆ ਰਹੀਆਂ ਨੇ ਤੇ ਅੱਜ ਮੈਨੂੰ ਵੀ ਧਮਕੀ ਆਈ ਵੀਡੀਓ ਤੇ ਬੜੇ ਕਿਸਾਨ ਲੀਡਰ ਨੇ ਦਿੱਤੀ, ਜਿਹੜਾ BKU ਸਿੱਧੂਪੁਰ ਦਾ ਸਰਦਾਰ ਬਚਿੱਤਰ ਸਿੰਘ ਔਰ TV ਤੇ ਕਿਹਾ ਕਿ ਮੈਂ ਤਾਂ ਕਿਹਾ। ਔਰ ਗੱਲ ਇਹ ਹੈਗੀ ਆ ਕਿ ਇਹੋ ਜਿਹੇ ਲੋਕਾਂ ਦਾ ਸਥਾਨ ਜੇਲ੍ਹ 'ਚ ਹੋਣਾ ਚਾਹੀਦਾ। ਇਹ ਕ੍ਰਿਮੀਨਲ ਨੇ, ਇਹ ਕ੍ਰਿਮੀਨਲ ਐਕਟ ਆ। ਗਰੇਵਾਲ ਸਾਹਿਬ ਜੀ, ਗਰੇਵਾਲ ਸਾਹਿਬ, ਧਮਕੀਆਂ ਦੀ ਕੋਈ, ਜਿੱਦਾਂ ਕਲੇਰ ਜੀ ਵੀ ਨੇ ਕਿਹਾ, ਅਨਿਲ ਗਰਗ ਜੀ ਨੇ ਕਿਹਾ ਕਿ ਧਮਕੀਆਂ ਦੀ ਕੋਈ ਹਮਾਇਤ ਨਹੀਂ ਕਰਦਾ, ਹਿੰਸਾ ਦੀ ਕੋਈ ਹਮਾਇਤ ਨਹੀਂ ਕਰਦਾ, ਪਰ ਇਹਦੇ ਨਾਲ ਜਿਹੜਾ ਕਿਸਾਨੀ ਦਾ ਵੱਡਾ ਮੁੱਦਾ ਹੈ, ਜਿਹੜੇ ਲੱਖਾਂ ਕਿਸਾਨ ਜਾਂ ਹਜ਼ਾਰਾਂ ਲੋਕ ਜਿਹੜੇ ਬਾਰਡਰਾਂ ਤੇ ਬੈਠੇ ਲੜ ਰਹੇ ਆ, ਉਹ ਕਹਿੰਦੇ ਉਹਨਾਂ ਦਾ ਮਸਲਾ ਹੱਲ ਕਰੋ। ਜਦੋਂ ਆਪਾਂ ਲੋਕਾਂ 'ਚ ਜਾਵਾਂਗੇ ਇਹਦਾ ਜਵਾਬ ਪੁੱਛਣਗੇ ਨਾ ਪੰਜਾਬ ਵਾਲੇ ਕਿ ਕਿਸਾਨੀ ਅੰਦੋਲਨ ਦਾ ਕੀ ਕਰ ਰਹੇ ਆ ਆਪਾਂ। ਦੇਖੋ ਕੇਂਦਰ ਸਰਕਾਰ ਜਿਹੜੀ ਆ ਉਹ 11 ਵਾਰ 7-7 ਘੰਟੇ ਸਾਡੇ ਮਿਨਿਸਟਰ ਬੈਠੇ ਆ, ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨੀਆਂ ਨੇ, ਉਸ ਦੇ ਬਾਵਜੂਦ ਵੀ ਇਹ ਅੰਦੋਲਨ ਦੇ ਰਾਹ ਤੋਂ ਹਟਣ ਲਈ ਤਿਆਰ ਨਹੀਂ ਹੈਗੇ। ਜਿਹੜੇ ਕਿਸਾਨ ਲੀਡਰ ਨੇ ਉਹ ਇੱਧਰੋਂ ਰਾਈਟ ਅੰਦੋਲਨ ਦੇ ਰਾਹ ਤੋਂ ਹਟਣ ਲਈ ਤਿਆਰ ਨਹੀਂ ਹੈਗੇ। ਇਸ ਕਰਕੇ BJP ਜਿਹੜੀ ਆ ਉਹ ਇਹਨਾਂ ਦੇ ਅੱਗੇ ਜੇ ਕੋਈ ਸਰਕਾਰ ਚਾਹੇ ਕਿ ਵੀ ਬਿਲਕੁਲ ਹੀ ਇਹਨਾਂ ਦੇ ਅੱਗੇ ਝੁਕ ਜਾਏਗੀ ਤੇ ਇਹਨਾਂ ਦੀ ਗੁੰਡਾਗਰਦੀ ਤੋਂ ਡਰ ਜਾਏਗੀ ਜਾਂ ਲੀਡਰਾਂ ਤੇ ਜਿਹੜੇ ਹਮਲੇ ਕਰਾਉਂਦੇ ਆ ਉਹਦੇ ਨਾਲ ਅਸੀਂ ਡਰਾਂਗੇ, ਉਹ ਬਿਲਕੁਲ ਨਹੀਂ ਹੋਣ ਵਾਲਾ। ਇਹ ਤਾਂ ਗੱਲਬਾਤ ਨਾਲ ਹੀ ਹੱਲ ਹੋਣਾ ਔਰ ਸ਼ਾਂਤਮਈ ਗੱਲਬਾਤ ਨਾਲ ਹੱਲ ਹੋਣਾ। ਜੇ ਇਹ ਤਾਂ ਹਿੰਸਕ ਹੋਣਗੇ ਤਾਂ ਉਹਦੇ ਨਤੀਜੇ ਭੁਗਤਣਗੇ। ਠੀਕ ਹੈ ਨਾ। ਅਸੀਂ ਹਰ ਸਰ ਉਹ ਤਾਂ ਗੱਲ ਬਿਲਕੁਲ ਤੁਹਾਡੀ ਗੱਲ ਆ ਗਈ ਸਰ, ਉਹ ਗੱਲ ਬਿਲਕੁਲ ਤੁਹਾਡੀ ਗੱਲ ਆ ਗਈ ਕਿ ਹਿੰਸਕ ਹੋਣਗੇ, ਕੋਈ ਵੀ ਕਾਨੂੰਨ ਆਪਣੇ ਹੱਥ 'ਚ ਲਏਗਾ, ਹਿੰਸਕ ਹੋਏਗਾ, ਭੁਗਤੇਗਾ। ਨਹੀਂ, ਪੰਜਾਬ ਦੇ ਵਿੱਚ BJP ਨਾ ਤਾਂ ਇਹ ਸਾਡੀ ਐਕਟੀਵਿਟੀਜ਼ ਨੂੰ ਹੁਣ ਰੋਕ ਸਕਦੇ ਨੇ, ਨਾ ਹੀ ਇਹ ਸਾਡੇ ਤੇ ਕੋਈ ਇੱਦਾਂ ਦਾ ਜ਼ੁਲਮ ਕਰ ਸਕਦੇ ਨੇ। ਅਸੀਂ ਉਹਦਾ ਸਾਹਮਣਾ ਕਰਾਂਗੇ ਔਰ ਐਕਸਪੋਜ਼ ਕਰਾਂਗੇ ਇਹਨਾਂ ਜੀ। ਚਲੋ ਆਪਾਂ ਜਵਾਬ ਲੈਂਦੇ ਹਾਂ। ਗਰਗ ਸਾਹਿਬ ਇਸ ਮੁੱਦੇ ਤੇ ਤੁਸੀਂ ਸੁਣਿਆ ਹੀ ਆ ਗਰੇਵਾਲ ਜੀ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਕਿਸਾਨੀ ਅੰਦੋਲਨ ਦੇ ਮੁੱਦੇ ਤੇ ਕਿਸਾਨਾਂ ਨੂੰ ਗੁੰਮਰਾਹ ਜਾ ਰਿਹਾ, ਭੜਕਾਇਆ ਜਾ ਰਿਹਾ, ਵਾਇਲੈਂਸ ਹੋ ਰਹੀ ਹੈ। ਹੁਣ ਅਸੀਂ ਇਸ ਮਾਮਲੇ ਤੇ ਪਿੱਛੇ ਨਹੀਂ ਹਟਾਂਗੇ। ਕੀ ਇਹੋ ਜਿਹੀ ਸਥਿਤੀ 'ਚ ਭਾਜਪਾ ਪੋਲੀਟੀਕਲ ਏਜੰਡਾ ਲੈ ਕੇ ਅੱਗੇ ਵੱਧ ਸਕੇਗੀ? ਦੇਖੋ, ਪੋਲੀਟੀਕਲ ਏਜੰਡਾ ਲੈ ਕੇ ਇਹਨਾਂ ਦਾ ਅੱਗੇ ਵਧਣਾ ਇਹਨਾਂ ਦਾ ਅਧਿਕਾਰ ਹੈ ਜਮਹੂਰੀਅਤ ਦੇ ਵਿੱਚ। ਮੈਂ ਫਿਰ ਉਹੀ ਕਹਿਣਾ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਪਰ ਇਹ ਬੜੀ ਸ਼ਰਮ ਵਾਲੀ ਗੱਲ ਹੈਗੀ ਕਿ ਅੱਜ 9-10 ਮਹੀਨਿਆਂ ਤੋਂ ਬਾਅਦ ਵੀ BJP ਦਾ ਛੋਟੇ ਤੋਂ ਲੈ ਕੇ ਵੱਡਾ ਲੀਡਰ ਤੱਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਕਿਸਾਨ ਜਿਹੜਾ ਹੈਗਾ ਅੱਜ ਆਪਣੀ ਰੋਜੀ ਰੋਟੀ ਦੀ ਲੜਾਈ ਲੜ ਰਿਹਾ। ਅੱਜ ਵੀ ਉਹ ਇਹ ਕਹਿੰਦੇ ਨੇ ਉਹੀ ਗੱਲ ਜਿਹੜੀ ਥੋੜੀ ਦੇਰ ਪਹਿਲਾਂ ਮੈਂ ਵੀ ਆਖੀ ਸੀ, ਕਲੇਰ ਸਾਹਿਬ ਨੇ ਵੀ ਆਖੀ ਸੀ ਕਿ ਇਸ ਅੰਦੋਲਨ ਨੂੰ ਕਦੇ ਖਾਲਿਸਤਾਨੀ ਦਾ ਨਾਮ ਦਿੱਤਾ ਗਿਆ, ਕਦੇ ਕਮਿਊਨਿਸਟਾਂ ਦਾ ਨਾਮ ਦਿੱਤਾ ਗਿਆ, ਕਦੇ ਗਦਾਰ ਕਿਹਾ ਗਿਆ, ਕਦੇ ਦਲਾਲ ਆਖਿਆ ਗਿਆ। ਇਹ ਭੜਕਾਉਣ ਵਾਲੀਆਂ ਜਿਹੜੀਆਂ ਗੱਲਾਂ ਹੈਗੀਆਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ। ਔਰ ਲੋਕਤੰਤਰ ਦੇ ਵਿੱਚ ਜਿੱਦਾਂ ਕਿਹਾ, ਜਿੱਦਾਂ ਇਹਨਾਂ ਨੂੰ ਆਪਣੀਆਂ ਪੋਲੀਟੀਕਲ ਐਕਟੀਵਿਟੀਆਂ ਚਲਾਉਣ ਦਾ ਅਧਿਕਾਰ ਹੈਗਾ, ਇਸੇ ਤਰ੍ਹਾਂ ਜਿਹੜਾ ਹੈਗਾ ਕਿਸਾਨ ਨੇ ਉਹ ਆਪਣੀ ਰੋਜੀ ਰੋਟੀ ਦੀ ਲੜਾਈ ਲੜ ਰਹੇ ਆ, ਉਹਨਾਂ ਨੂੰ ਵੀ ਇਸ ਚੀਜ਼ ਦਾ ਅਧਿਕਾਰ ਹੈਗਾ ਕਿ ਉਹ ਆਪਣੀ ਗੱਲਬਾਤ ਸਰਕਾਰ ਦੇ ਸਾਹਮਣੇ ਰੱਖ ਸਕਣ। ਪਰ ਇਹ ਕਿੰਨੀ ਮਾੜੀ ਗੱਲ ਹੈਗਾ। ਤੁਸੀਂ ਦੇਖੋ, ਲਾਸਟ ਵਾਰ ਜਿਹੜੀ ਗੱਲ ਹੋਈ ਸੀ, ਹਾਂ ਸਰ ਮੈਨੂੰ ਗਰੇਵਾਲ ਸਾਹਿਬ ਗੱਲ ਕਰ ਲੈਂਦੇ ਹੋ, ਜਿਹੜੀ ਲਾਸਟ ਗੱਲ ਹੋਈ ਸੀ ਉਹ 22 ਜਨਵਰੀ ਨੂੰ ਹੋਈ ਸੀ। ਅੱਜ 2.25 ਮਹੀਨੇ ਹੋ ਗਏ। ਇਹਨਾਂ 2.25 ਮਹੀਨਿਆਂ ਦੇ ਵਿੱਚ ਕੋਈ ਕੋਸ਼ਿਸ਼ ਵੀ ਨਹੀਂ ਹੋਈ ਗੱਲ ਕਰਨ ਦੀ। ਜੇ ਆਪਾਂ ਸ਼ਾਂਤਮਈ ਦੀ ਗੱਲ ਕਰਦੇ ਹਾਂ, ਤੁਹਾਨੂੰ ਯਾਦ ਹੋਏਗਾ ਗਰੇਵਾਲ ਸਾਹਿਬ, ਤਮਿਲਨਾਡੂ ਦੇ ਹਜ਼ਾਰਾਂ ਕਿਸਾਨ ਜਿਹੜੇ ਜੰਤਰ ਮੰਤਰ ਤੇ ਆਏ ਸੀ, ਜਿਹੜੇ ਆਪਣੇ ਮਰੇ ਹੋਏ ਸਾਥੀਆਂ ਦੀਆਂ
ਖੋਪੜੀਆਂ ਪਾ ਕੇ ਜਾਨੀ ਕਿ ਗਲਾਂ ਦੇ ਵਿੱਚ ਬੈਠੇ ਹੋਏ ਸੀ। ਉਹਨਾਂ ਦੀ ਕਿਸੇ ਬੀਜੇਪੀ ਦੇ ਲੀਡਰ ਨੇ ਜਾਂ ਸਰਕਾਰ ਵੱਲੋਂ ਗੱਲ ਨਹੀਂ ਸੁਣੀ ਗਈ। ਜਦੋਂ ਮਹਾਰਾਸ਼ਟਰ ਦੇ ਵਿੱਚ ਲੱਖਾਂ ਕਿਸਾਨਾਂ ਨੇ ਵਿਧਾਨ ਸਭਾ ਨੂੰ ਘੇਰਿਆ ਸ਼ਾਂਤਮਈ ਢੰਗ ਦੇ ਨਾਲ, ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਜਦੋਂ ਸ਼ਿਵਰਾਜ ਚੌਹਾਨ ਦੀ ਲਾਸਟ ਸਰਕਾਰ ਸੀ ਉੱਥੇ ਮੱਧ ਪ੍ਰਦੇਸ਼ ਦੇ ਵਿੱਚ, ਇਸ ਤੋਂ ਪਹਿਲਾਂ ਵਾਲੀ, ਉਦੋਂ ਜਦੋਂ ਕਿਸਾਨਾਂ ਨੇ ਆਪਣਾ ਅੰਦੋਲਨ ਕੀਤਾ, ਜਿਸ ਤਰੀਕੇ ਨਾਲ ਗੋਲੀਆਂ ਉਹਨਾਂ ਦੇ ਉੱਤੇ ਚਲਾਈਆਂ ਗਈਆਂ, ਉਹ ਕੋਈ ਸਰਕਾਰ ਵੱਲੋਂ ਵੀ ਕੋਈ ਸ਼ੋਭਾ ਨਹੀਂ ਦਿੰਦਾ। ਔਰ ਜਿਸ ਤਰੀਕੇ ਨਾਲ ਪੰਜਾਬ ਦਾ ਕਿਸਾਨ ਜਦੋਂ ਦਿੱਲੀ ਆਪਣੀ ਗੱਲ ਕਹਿਣ ਜਾ ਰਿਹਾ ਸੀ, ਖੱਟਰ ਦੀ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਡਾਂਗਾ ਭਰਾਈਆਂ ਗਈਆਂ, ਪਾਣੀਆਂ ਭਰਾਇਆ ਗਿਆ, ਗੋਲੀਆਂ ਚਲਾਈਆਂ ਗਈਆਂ, ਇਹ ਵੀ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈਗਾ। ਅੱਜ ਇਸ ਅੰਦੋਲਨ ਦੇ ਵਿੱਚ 300 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸ਼ਹੀਦੀ ਪ੍ਰਾਪਤ ਕਰ ਚੁੱਕੇ ਹੈ, ਮੌਤ ਨੂੰ ਗਲੇ ਲਗਾ ਚੁੱਕੇ ਹੈ, ਉਹ ਆਪਣੀ ਰੋਜੀ ਰੋਟੀ ਦੀ ਲੜਾਈ ਲੜ ਰਹੇ ਹੈ। ਉਹਨਾਂ ਲਈ ਕੌਣ ਜ਼ਿੰਮੇਵਾਰ ਹੈ? ਕਿ ਉਸ ਦੇ ਉੱਤੇ ਲੋਕਤੰਤਰ ਦੇ ਵਿੱਚ ਡਿਸਕਸ਼ਨ ਨਹੀਂ ਹੋਣੀ ਚਾਹੀਦੀ? ਜੀ ਗਰੇਵਾਲ ਸਾਹਿਬ, ਮੈਂ ਕਲੇਸ਼ ਜੀ ਤੋਂ ਕਮੈਂਟਸ ਲਵਾਂਗਾ, ਪਰ ਗਰੇਵਾਲ ਜੀ ਪਹਿਲਾਂ ਤੁਸੀਂ ਇਸ ਮੁੱਦੇ ਤੇ ਜਵਾਬ ਦਿਓ। ਜਿਸ ਤਰ੍ਹਾਂ ਨੀਲ ਗਰਗ ਜੀ ਨੇ ਕਿਹਾ ਕਿ 300 ਤੋਂ ਉੱਪਰ ਜਿਹੜੇ ਕਿਸਾਨ ਆ ਸ਼ਹਾਦਤਾਂ ਦੇ ਗਏ ਆ, ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ 4 ਮਹੀਨੇ ਤੋਂ ਲਟਕਦਾ ਤੁਰਿਆ ਆ ਰਿਹਾ ਹੈ। ਸੁਣ ਲਓ ਜੀ, ਕੇਂਦਰ ਸਰਕਾਰ ਦੀ ਕੋਈ ਸੰਵੇਦਨਸ਼ੀਲਤਾ ਨਜ਼ਰ ਨਹੀਂ ਆ ਰਹੀ। ਉਹਨਾਂ ਮਸਲਿਆਂ ਦਾ ਹੱਲ ਹੋਣਾ ਚਾਹੀਦਾ। ਗਰੇਵਾਲ ਜੀ, ਜਗਤਾਰ ਜੀ ਨੀਲ ਗਰਗ ਜੀ ਨੂੰ ਜਾਂ ਤਾਂ ਪੂਰੀ ਜਾਣਕਾਰੀ ਨਹੀਂ, ਜਾਂ ਆਪਣੇ ਪਾਰਟੀ ਦਾ ਪੋਲੀਟੀਕਲ ਏਜੰਡਾ ਰੱਖ ਰਹੇ ਆ, ਉਹਦੇ ਤੇ ਮੈਂ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ। ਪਰ ਇਹਦੇ 'ਚ ਇੱਕ ਗੱਲ ਆ ਕਿ 11 ਵਾਰ ਸਾਡੇ ਮੰਤਰੀ ਬੈਠੇ ਆ, ਜੋ ਬਦਤਮੀਜ਼ੀ ਇਹਨਾਂ ਲੋਕਾਂ ਨੇ ਸਾਡੇ ਮਿਨਿਸਟਰਾਂ ਨਾਲ ਕੀਤੀ, ਕਦੇ ਤਾਂ ਤਖਤੀ ਲੈ ਕੇ ਬੈਠ ਕੇ ਜਿੱਤਾਂਗੇ ਜਾਂ ਮਰਾਂਗੇ, ਕਦੇ ਮੂੰਹ ਤੇ ਉਂਗਲੀ ਰੱਖ ਕੇ ਬੈਠ ਗਏ ਜੈਸ ਔਰ ਨੋ। ਸਰ ਗਰੇਵਾਲ ਸਾਹਿਬ, ਬਿਲਕੁਲ ਗਰੇਵਾਲ ਸਾਹਿਬ ਜਿਹੜਾ ਹੈਗਾ ਉਹ ਠੀਕ ਹੈ, ਤੁਹਾਡੀ ਗੱਲ ਆਪਾਂ ਡਿਬੇਟਾਂ 'ਚ ਅਕਸਰ ਡਿਸਕਸ਼ਨ ਹੁੰਦੀ ਹੈ। ਮੈਨੂੰ ਆਪਣੀ ਗੱਲ ਕਹਿਣ ਦਿਓ, ਜਗਤਾਰ ਜੀ ਮੈਨੂੰ ਗੱਲ ਕਹਿ ਲੈਣਗੇ। ਤੇ ਉਸ ਤੋਂ ਬਾਅਦ ਉਹ ਲੋਕ, ਉਹਨਾਂ ਲੋਕਾਂ ਨੇ ਉਸ ਤੋਂ ਬਾਵਜੂਦ ਸਾਡੇ ਮਿਨਿਸਟਰਾਂ ਨੇ ਉਹ ਸਾਰੀਆਂ ਗੱਲਾਂ ਨੂੰ ਸਹਿਆ, ਇਹ ਸਾਰੀਆਂ ਦੇ ਜਵਾਬ ਦਿੱਤੇ ਔਰ 7-7 ਘੰਟੇ 11 ਵਾਰ ਬੈਠੇ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੂੰ ਆਖਰੀ ਵਾਰ ਇਹ ਕਿਹਾ ਸੀ ਕਿ ਭਾਈ ਆਪਾਂ ਗੱਲਾਂ ਤਾਂ ਸਾਰੀਆਂ ਡਿਸਕਸ ਕਰ ਲਈਆਂ, ਤੁਸੀਂ ਕਿਸੇ ਗੱਲ ਤੇ ਮੰਨਦੇ ਵੀ ਨਹੀਂ ਹੋ, ਪਰ ਹੁਣ ਤੁਸੀਂ ਇਹ ਦੱਸਿਓ ਵੀ ਜਿਹੜੀ ਪ੍ਰਪੋਜ਼ਲ ਐਸੀ ਸਾਨੂੰ ਭੇਜੋ ਜਿਹੜੀ ਦੇ ਉੱਪਰ ਆਪਣੀ ਗੱਲ ਖਤਮ ਹੋ ਸਕਦੀ ਹੋਵੇ। ਤੁਸੀਂ ਸਾਨੂੰ ਅਸੀਂ ਦੂਸਰੇ ਦਿਨ ਹੀ ਬੈਠ ਜਾਾਂਗੇ। ਉਹਦੇ ਬਾਅਦ ਗਰੇਵਾਲ ਜੀ, ਮੈਂ ਬ੍ਰੇਕ ਤੋਂ ਪਹਿਲਾਂ ਗਰੇਵਾਲ ਜੀ ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਬ੍ਰੇਕ ਤੋਂ ਪਹਿਲਾਂ ਛੋਟਾ ਜਿਹਾ ਤੁਹਾਡਾ ਜ਼ਰੂਰ ਜਵਾਬ ਲੈਣਾ ਚਾਹਾਂਗਾ। ਜਦੋਂ ਆਪਾਂ ਮਾਨਵ ਅਧਿਕਾਰਾਂ ਦੀ ਗੱਲ ਕਰਦੇ ਆਂ ਤਾਂ ਨੀਲ ਗਰਗ ਹੁਣੀ ਕਹਿ ਰਹੇ ਆ ਕਿ ਜਿਹੜੇ ਉਹ ਕਿਸਾਨ ਸੜਕਾਂ ਤੇ ਬੈਠੇ ਆ, ਉਹਨਾਂ ਦੇ ਆਲੇ ਦੁਆਲੇ ਜਿਹੜੇ 2-2 ਫੁੱਟ ਦੇ ਕਿੱਲ ਕੱਢੇ ਗਏ। ਖੱਟਰ ਨੇ ਜਿਹੜੇ ਟੋਏ ਪੁੱਟ ਤੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਹਨੇ ਸੜਕਾਂ ਹੀ ਪੁੱਟਦੀਆਂ ਆਪਣੇ ਸੂਬੇ ਦੀਆਂ। ਇਹ ਜੋ ਕੁਝ ਕੀਤਾ ਗਿਆ ਕਿਸਾਨਾਂ ਤੇ, ਜੋ ਹਮਲੇ ਕੀਤੇ ਗਏ ਬਾਰਡਰ ਤੇ ਬੈਠਿਆਂ ਦੇ, ਉਹ ਵੀ ਤਾਂ ਮਾਨਵ ਅਧਿਕਾਰਾਂ 'ਚ ਸ਼ਾਮਿਲ ਕਰੋ ਨਾ। ਉਹਨਾਂ ਗੱਲਾਂ ਨੂੰ ਨਾਲ ਜੋੜ ਕੇ ਦੇਖੋ, ਫੇਰ ਤਕਲੀਫ ਦਾ ਅਹਿਸਾਸ ਹੁੰਦਾ ਹੈ। ਇਹ ਕਹਿ ਰਿਹਾ ਗਰਗ ਸਾਹਿਬ। ਇਸ ਤਰ੍ਹਾਂ ਜਗਤਾਰ ਜੀ, ਕਿੱਲ ਕਿਸੇ ਦੇ ਨਹੀਂ ਕੱਢੇ ਗਏ। ਕਿੱਲ ਤਾਂ ਇਸ ਕਰਕੇ ਕੱਟਣੇ ਪਏ ਕਿ ਜਦੋਂ ਜਾ ਕੇ ਲਾਲ ਕਿਲ੍ਹੇ ਤੇ ਚੜ੍ਹ ਗਏ ਔਰ ਐਗਰੀਮੈਂਟ ਕਰਨ ਤੋਂ ਬਾਅਦ, ਸਰਕਾਰ ਦੇ ਨਾਲ ਸਮਝੌਤਾ ਕਰਨ ਤੋਂ ਬਾਅਦ ਉਸ ਨੂੰ ਵਾਇਲੇਟ ਕੀਤਾ, ਉਸ ਦੀ ਪਾਲਣਾ ਨਹੀਂ ਕੀਤੀ। ਔਰ ਦੂਜੀ ਗੱਲ ਜਿਹੜੀ ਆ, ਹੁਣ ਸਾਡੇ ਮਿਨਿਸਟਰ ਪਿਛਲੇ 2 ਮਹੀਨਿਆਂ ਤੋਂ ਇਹਨਾਂ ਨੂੰ ਫੋਨ ਕਰ ਰਹੇ ਆ, ਫੋਨ ਕਰਕੇ ਕਿਸਾਨ ਲੀਡਰਾਂ ਨੂੰ ਕਹਿੰਦੇ ਆ ਵੀ ਕੋਈ ਪ੍ਰਪੋਜ਼ਲ ਲੈ ਕੇ ਤਾਂ ਆਓ ਤੇ ਆਪਾਂ ਉਸ ਤੇ ਗੱਲ ਕਰੀਏ, ਬੈਠੀਏ। ਹੁਣ ਇਹ ਉਸ ਤੋਂ ਬਾਅਦ ਹੀ ਤਾਂ ਨਿਮੰਤਰਣ ਆਊਗਾ ਇਹਨਾਂ ਨੂੰ, ਜਿਵੇਂ ਪਹਿਲਾਂ ਬੱਸਾਂ ਭੇਜਦੇ। ਚਲੋ ਨਿਮੰਤਰਣ ਵਾਲੀ ਗੱਲ ਤਾਂ ਬਾਅਦ 'ਚ, ਨਿਮੰਤਰਣ ਵਾਲੀ ਗੱਲ ਤਾਂ ਗਰੇਵਾਲ ਸਾਹਿਬ ਬਾਅਦ 'ਚ ਹੈ। ਸਵਾਲ ਮਾਨਵ ਅਧਿਕਾਰਾਂ ਦੀ ਹੈਗੀ ਹੈ ਕਿ ਜਿਹੜੇ ਕਿਸਾਨ ਲੜਾਈਆਂ ਲੜ ਰਹੇ ਹੈ, ਉਹਨਾਂ ਦੇ ਕੇਸ ਬਣਾਏ ਜਾ ਰਹੇ ਆ। ਲਾਲ ਕਿਲ੍ਹੇ ਤੇ ਤਾਂ ਗਰੇਵਾਲ ਸਾਹਿਬ 2 ਗਏ ਹੋਣੇ, 4 ਗਏ ਹੋਣੇ ਆ, ਪਰ ਹਜ਼ਾਰਾਂ ਕਿਸਾਨਾਂ ਦੇ ਕਿੱਲ ਕਿਉਂ ਕੱਢੇ ਗਏ ਆ? ਮੈਨੂੰ ਕਿੱਲ ਕੱਢੇ ਗਏ ਆ, ਜ਼ਰੂਰ ਉਹਨਾਂ ਨੂੰ ਰੋਕਿਆ ਜਾਊਗਾ। ਜੋ ਅੰਦਰ ਜਾਣਗੇ ਕਿਉਂ ਨਹੀਂ ਰੋਕਿਆ ਜਾਊਗਾ? ਜਗਤਾਰ ਜੀ, ਕੋਈ ਖੁੱਲ੍ਹ ਖੇਡ ਹੈਗੀ ਆ। ਤੁਸੀਂ ਜੋ ਮਰਜ਼ੀ ਕਰੋ, ਲਾਲ ਕਿਲ੍ਹੇ ਤੇ ਚੜ੍ਹ ਜਾਓ, ਜੋ ਮਰਜ਼ੀ ਕਰ ਦਿਓ, ਕਿਸੇ ਦਾ ਅਪਮਾਨ ਕਰ ਦਿਓ, ਕਿਤੇ ਕੁਛ ਕਰ ਦਿਓ, ਇਹ ਨਹੀਂ ਹੋ ਸਕਣਾ। ਕਾਨੂੰਨ ਦਾ ਪਾਲਣ ਸਭ ਨੂੰ। ਗਰੇਵਾਲ ਜੀ, ਬਿਲਕੁਲ ਕਾਨੂੰਨ ਦਾ ਪਾਲਣ ਸਭ ਨੂੰ ਕਰਨਾ ਚਾਹੀਦਾ ਹੈ, ਪਰ ਇਹ ਧਮਕੀ ਨਹੀਂ। ਜਦੋਂ ਆਪਾਂ ਧਮਕੀ ਦੀ ਗੱਲ ਕਰਦੇ ਆਂ, ਕਿਸਾਨਾਂ ਨੇ ਤਾਂ ਕਿਹਾ ਕਿ ਅਸੀਂ ਲਾਲ ਕਿਲ੍ਹੇ ਤੇ ਜਾਣਾ ਨਹੀਂ, ਤਾਂ ਇਹ ਧਮਕੀ ਨਹੀਂ ਵੀ ਜੇ ਤੁਸੀਂ ਗੱਲ ਨਹੀਂ ਮੰਨੋਗੇ ਤਾਂ ਕਿੱਲ ਕੱਢਾਂਗੇ। ਇਹ ਵੀ ਤਾਂ ਧਮਕੀ ਆ ਗਰੇਵਾਲ ਜੀ। ਜਦੋਂ ਤੁਸੀਂ ਲਾਲ ਕਿਲ੍ਹੇ ਤੇ ਚੜੋਗੇ, ਕਿੱਲ ਕੱਢਣੇ ਪੈਣਗੇ। ਕੀ ਹੋਊ ਉੱਥੇ? ਹਰ ਤਰ੍ਹਾਂ ਦੇ ਉਪਾਅ ਕਰਨੇ ਪੈਣਗੇ। ਜਦੋਂ ਜ਼ਬਰਦਸਤੀ ਅੰਦੋਗੇ ਪੁਲਿਸ ਵਾਲਿਆਂ ਦੇ ਜਾ ਕੇ। ਓਕੇ ਗਰੇਵਾਲ ਜੀ, ਬਿਲਕੁਲ ਥੈਂਕ ਯੂ ਵੈਰੀ ਮਚ। ਗਰੇਵਾਲ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਸੀਂ ਬਣੇ ਰਹੋ ਸਾਡੇ ਨਾਲ। ਮੈਨੂੰ ਟੈਕਨੀਕਲ ਤੌਰ ਤੇ ਬ੍ਰੇਕ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆਪਾਂ ਵਾਪਸ ਆ ਰਹੇ ਹਾਂ। ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਭਾਰਤੀ ਜਨਤਾ ਪਾਰਟੀ ਨੇ ਅੱਜ ਲੁਧਿਆਣਾ 'ਚ ਕਿਸਾਨ ਅੰਦੋਲਨ ਦੇ ਚੱਲਦਿਆਂ ਪਹਿਲੀ ਵਾਰ ਵੱਡੀ ਮੀਟਿੰਗ ਕਰਕੇ ਰਾਜਸੀ ਤੌਰ ਤੇ ਪੰਜਾਬ 'ਚ ਲੜਾਈ ਲੜਨ ਦਾ ਫੈਸਲਾ ਲਿਆ। ਕਈ ਅਹਿਮ ਫੈਸਲੇ ਜਿਨ੍ਹਾਂ ਤੇ ਆਪਾਂ ਸਵਾਲ ਜਵਾਬ ਕਰ ਰਹੇ ਹਾਂ, ਗੱਲ ਕਰਾਂਗੇ ਸਾਰੀ ਛੋਟੀ ਜੀ ਬ੍ਰੇਕ ਦੇ ਬਾਅਦ।
ਨਜ਼ਰੀਆ ਦੀ ਜਿਵੇਂ ਦਰਸ਼ਕਾਂ ਦਾ ਸਵਾਗਤ। ਕਲੇਰ ਜੀ, ਆਪਾਂ ਜਿਸ ਮੁੱਦੇ ਤੇ ਚਰਚਾ ਕਰ ਰਹੇ ਹਾਂ, ਠੀਕ ਹੈ ਕਿ ਕਿਸਾਨੀ ਅੰਦੋਲਨ ਵੀ ਸਾਰਾ ਇਸ ਮਾਮਲੇ ਦੇ ਨਾਲ ਜੁੜਿਆ ਹੋਇਆ, ਪਰ ਮੈਂ ਸਪੈਸੀਫਿਕ ਸਵਾਲ ਪੋਲੀਟੀਕਲ ਤੌਰ ਤੇ ਚੋਣਾਂ ਦੇ ਮੱਦੇਨਜ਼ਰ ਕਲੇਰ ਜੀ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਭਾਰਤੀ ਜਨਤਾ ਪਾਰਟੀ ਨੇ 117 ਵਿਧਾਨ ਸਭਾ ਦੀਆਂ ਸੀਟਾਂ ਤੇ ਚੋਣ ਲੜਨ ਦਾ ਫੈਸਲਾ ਲਿਆ। ਪਿਛਲੀ ਵਿਧਾਨ ਸਭਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਰਲ ਕੇ 23 ਤੇ ਦੂਜੀਆਂ ਅਕਾਲੀ ਦਲ ਨੇ ਆਪਣੀਆਂ ਸੀਟਾਂ ਤੇ ਲੜਾਈ ਲੜੀ। ਹੁਣ ਜਿਹੜਾ ਫੈਸਲਾ ਹੈ, ਇਸ ਦੇ ਮੱਦੇਨਜ਼ਰ ਤੁਸੀਂ ਕਿਵੇਂ ਦੇਖ ਰਹੇ ਹੋ? ਕਿਉਂਕਿ ਪੇਂਡੂ ਸੀਟਾਂ ਵੀ ਹੈ, ਨੀਮ ਪੇਂਡੂ ਸੀਟਾਂ ਵੀ ਹੈ, ਸ਼ਹਿਰੀ ਹਲਕੇ ਵੀ ਹੈ। ਇਹ ਪੋਲੀਟੀਕਲ ਮੁੱਦੇ ਨੂੰ ਕਿਵੇਂ ਦੇਖ ਰਹੇ ਹੋ ਜਦੋਂ ਚੋਣਾਂ ਦੇ ਮੱਦੇਨਜ਼ਰ ਆਪਾਂ ਗੱਲ ਕਰਦੇ ਹਾਂ? ਜੀ ਕਲੇਰ ਜੀ। ਜਗਤਾਰ ਜੀ, ਕੋਈ ਵੀ ਜਿਹੜਾ ਅਲਾਇੰਸ ਹੁੰਦਾ ਉਹ ਮੁੱਦਿਆਂ ਦਾ ਆਧਾਰਿਤ ਅਲਾਇੰਸ ਹੁੰਦਾ ਹੈ। ਹਰ ਪਾਰਟੀ ਦੇ ਆਪਣੇ ਏਜੰਡੇ ਨੇ, ਆਪਣੇ ਮੁੱਦੇ ਨੇ, ਆਪਣੇ ਤਰੀਕੇ ਨਾਲ ਜਥੇਬੰਦੀਆਂ ਕੰਮ ਕਰਦੀਆਂ ਨੇ। ਔਰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਧਿਰ ਦੇ ਤੌਰ ਤੇ ਵਿਚਰਦੀ ਸੀ। ਬੀਜੇਪੀ 23 ਸੀਟਾਂ ਲੜਦੀ ਸੀ ਔਰ ਬਾਕੀ ਵਿਧਾਨ ਸਭਾ ਹਲਕੇ ਸਾਰੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਲੜ ਰਿਹਾ। ਸਾਡੀ ਆਪਣੀ ਜਥੇਬੰਦੀ ਹੈ, ਸੋ ਕੋਈ ਗੱਲ ਨਹੀਂ, ਬੀਜੇਪੀ ਆਪਣਾ ਲੜੇ, ਇਹਨਾਂ ਦਾ ਆਪਦਾ ਪ੍ਰੋਗਰਾਮ ਹੈ। ਅਸੀਂ ਆਪਦੇ ਲੋਕਾਂ ਦੇ ਵਿੱਚ ਜਾਣਾ, ਸਾਡੇ ਆਪਦੇ ਕੰਮ ਨੇ। ਅਸੀਂ ਜੋ ਪੰਜਾਬ ਲਈ ਕੀਤਾ ਹੈ, ਜੋ ਡਿਵੈਲਪਮੈਂਟ ਪੰਜਾਬ ਲਈ ਹੋਈ ਹੈ, ਅਸੀਂ ਉਹਨਾਂ ਦੇ ਆਧਾਰ ਤੇ ਲੋਕਾਂ ਦੇ ਵਿੱਚ ਜਾਣਾ ਔਰ ਲੋਕਾਂ ਨੇ ਆਪਣਾ ਫਤਵਾ ਦੇਣਾ। ਪਰ ਗੱਲ ਮੈਂ ਦੁਬਾਰਾ ਗਰੇਵਾਲ ਸਾਹਿਬ ਨੂੰ ਉਸੇ ਗੱਲ ਤੇ ਲੈ ਕੇ ਆਉਣਾ ਕਿ ਜੋ ਅੱਜ ਪੰਜਾਬ ਦੇ ਹਾਲਾਤ ਨੇ, ਇਹਦੇ ਵਿੱਚ ਗਰੇਵਾਲ ਸਾਹਿਬ ਇਹ ਗੱਲ ਮੰਨਣ ਮੇਰੀ ਨੂੰ, ਜਾਂ ਮੈਂ ਇਹਨਾਂ ਨੂੰ ਫਿਰ ਦੁਬਾਰਾ ਗੱਲ ਕਹਿਣਾ ਕਿ ਕਿਸੇ ਵੀ ਤਰੀਕੇ ਦੇ ਨਾਲ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣ ਦੇ ਵਿੱਚ ਨਾਕਾਮ ਰਹੀ ਹੈ। ਪਹਿਲੇ ਦਿਨ ਤੋਂ ਹੀ ਜਿਸ ਤਰੀਕੇ ਦਾ ਐਟੀਟਿਊਡ ਅਪਣਾਇਆ ਗਿਆ, ਜਿਸ ਤਰੀਕੇ ਖੱਟਰ ਸਰਕਾਰ ਨੇ ਉੱਥੇ ਲੋਕਾਂ ਦੇ ਉੱਤੇ ਗੋਲੇ ਪਾਣੀ ਇਹ ਛੱਡਿਆ, ਇਹਦੀ ਕੋਈ ਲੋੜ ਨਹੀਂ ਸੀ। ਦਿੱਲੀ ਸਾਡੀ ਰਾਜਧਾਨੀ ਹੈ, ਅਗਰ ਦਿੱਲੀ ਵੱਲ ਨੂੰ ਕੋਈ ਜਾ ਰਹੇ ਸੀ ਲੋਕ ਔਰ ਉੱਥੇ ਜਾ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਧਰਨਾ ਦੇਣਾ ਚਾਹੁੰਦੇ ਸੀ ਤਾਂ ਪਹਿਲਾਂ ਸ਼ੁਰੂਆਤ ਬੀਜੇਪੀ ਨੇ ਕੀਤੀ। ਬੀਜੇਪੀ ਨੇ ਕ੍ਰੈਡੀਬਿਲਿਟੀ ਆਪ ਗਵਾਈ ਔਰ ਕ੍ਰੈਡੀਬਿਲਿਟੀ ਵਾਲਾ ਗੈਪ, ਕਮਿਊਨੀਕੇਸ਼ਨ ਵਾਲਾ ਗੈਪ ਅੱਜ ਵੱਧਦੇ ਵੱਧਦੇ ਐਡਾ ਵੱਡਾ ਖੜਾ ਹੋ ਗਿਆ ਕਿ ਜਿਹੜਾ ਹੁਣ ਬੀਜੇਪੀ ਦੀ ਲੀਡਰਸ਼ਿਪ ਕੇਂਦਰ ਦੀ ਕਹਿ ਰਹੀ ਹੈ ਕਿ ਕਿਸਾਨ ਗੱਲ ਨਹੀਂ ਮੰਨ ਰਹੇ। ਗੱਲ ਉਰੇ ਗਰੇਵਾਲ ਸਾਹਿਬ ਇਸੇ ਗੱਲ ਤੇ ਹੱਲ ਹੋਣੀ ਹੈ ਕਿ ਜਿਹੜੇ 3 ਕਾਲੇ ਕਾਨੂੰਨ ਤੁਸੀਂ ਲੋਕਾਂ ਦੇ ਉੱਤੇ ਥੋਪ ਰਹੇ ਹੋ, ਉਹ ਕਾਲੇ ਕਾਨੂੰਨ ਪੰਜਾਬ ਨੂੰ ਨਹੀਂ ਚਾਹੀਦੇ, ਉਹਨਾਂ ਨੂੰ ਰੱਦ ਕਰੋ, ਨਵੇਂ ਕਾਨੂੰਨ ਬਣਾ ਲਓ। ਜਿੱਥੇ ਤੱਕ ਗੱਲ ਵਿਵਸਥਾ ਦੀ ਹੈ, ਉਹ ਇਹ ਕਾਨੂੰਨਾਂ ਤੋਂ ਪਹਿਲਾਂ ਵੀ ਚੱਲ ਰਹੀ ਸੀ, ਬਾਅਦ 'ਚ ਵੀ ਚੱਲ ਰਹੀ ਹੈ। ਦੇਸ਼ ਦੇ ਵਿੱਚ ਕੋਈ ਐਸਾ ਅੰਦੋਲਨ ਅੱਜ ਤੱਕ ਨਹੀਂ ਹੋਇਆ ਹੋਣਾ ਆਜ਼ਾਦੀ ਤੋਂ ਬਾਅਦ ਜਿੱਥੇ 300 ਤੋਂ ਉੱਪਰ ਲੋਕਾਂ ਦੀ ਮੌਤ ਹੋ ਗਈ ਹੋਵੇ। ਸੋ ਉਸ ਨਜ਼ਰੀਏ ਨਾਲ ਵੀ ਆਪਾਂ ਨੂੰ ਦੇਖਣਾ ਚਾਹੀਦਾ। ਡੈਮੋਕ੍ਰੇਸੀ ਦੇ ਵਿੱਚ ਇੱਕ ਜਾਨ ਦੀ ਕੀਮਤ ਵੀ ਬਹੁਤ ਵੱਡੀ ਹੁੰਦੀ ਹੈ। ਪੂਰੇ 300 ਜਾਨਾਂ ਜਾ ਚੁੱਕੀਆਂ ਨੇ। ਸੋ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਾਗਣਾ ਚਾਹੀਦਾ ਔਰ ਇਹ ਐਡੀ ਵੱਡੀ ਗੱਲ ਨਹੀਂ ਗੀ ਜਿਹਨੂੰ ਆਪਾਂ ਐਡਾ ਵੱਡਾ ਈਗੋ ਇਸ਼ੂ ਬਣਾ ਲਈਏ। ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਔਰ ਫਿਰ ਤੁਹਾਨੂੰ ਕੌਣ ਰੋਕਦਾ? ਕਿਸਾਨਾਂ ਦੀ ਸਹਿਮਤੀ ਲਓ, ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਪਾਓ, ਨਵੇਂ ਕਾਨੂੰਨ ਬਣਾਓ, ਕੋਈ ਨਹੀਂ ਰੋਕਦਾ। ਪਰ ਹੁਣ ਭਾਜਪਾ ਨੂੰ ਜ਼ਿੱਦ ਛੱਡਣੀ ਚਾਹੀਦੀ ਹੈ। ਜੀ ਥੈਂਕ ਯੂ ਵੈਰੀ ਮਚ। ਮੈਂ ਵਾਪਸ ਆਵਾਂਗਾ ਤੁਹਾਡੇ ਕੋਲ ਅਗਲੇ ਸਵਾਲ ਦੇ ਉੱਤੇ। ਗਰਗ ਸਾਹਿਬ, ਤੁਸੀਂ ਕਮੈਂਟ ਸੁਣਿਆ ਕਲੇਰ ਜੀ ਦੇ, ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਆਪਣੀ ਜਿੱਦ ਛੱਡਣੀ ਚਾਹੀਦੀ ਹੈ, ਕਿਸਾਨੀ ਏਜੰਡਾ ਤਾਂ ਹੈ ਹੀ ਹੈ। ਪਰ ਮੈਂ ਪੋਲੀਟੀਕਲ ਸਵਾਲ ਵੀ ਤੁਹਾਡੇ ਤੋਂ ਲਵਾਂਗਾ। ਭਾਜਪਾ ਨੇ ਜਿਹੜੇ 117 ਵਿਧਾਨ ਸਭਾ, ਆਖਿਰਕਾਰ ਮਾਮਲਾ ਤਾਂ ਆ ਕੇ ਫਿਰ ਏਜੰਡੇ ਤੇ ਟਿਕ ਜਾਂਦਾ। ਗਰੇਵਾਲ ਜੀ ਨੇ ਕਿਹਾ ਕਿ ਆਪ ਦਾ ਪੋਲੀਟੀਕਲ ਏਜੰਡਾ ਹੋ ਸਕਦਾ ਜਿਹਦੇ ਕਰਕੇ ਗੱਲਾਂ ਕਹਿ ਰਹੇ ਹੈ, ਪਰ ਇਹ ਪੋਲੀਟੀਕਲ ਏਜੰਡਾ ਤਾਂ ਆਖਿਰਕਾਰ ਪੰਜਾਬੀਆਂ ਨੇ, ਲੋਕਾਂ ਨੇ ਮੋਹਰ ਲਾਉਣੀ ਹੈ, ਕਿਸ ਦਾ ਪਾਸ ਹੋਣਾ, ਕਿਸ ਦਾ ਨਹੀਂ ਪਾਸ ਹੋਣਾ। ਜੋ ਪ੍ਰਸਥਿਤੀਆਂ ਬਣੀਆਂ, ਇਸ ਪ੍ਰਸਥਿਤੀਆਂ ਦੇ ਮੱਦੇਨਜ਼ਰ ਆਪ ਦੀ ਇੱਕ ਆਪਣੀ ਦਾਅਵੇਦਾਰੀ ਹੈ। ਪਰ ਗਰੇਵਾਲ ਜੀ ਕਹਿ ਰਹੇ ਕਿ ਅਸੀਂ ਤਾਂ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ। ਕਿਸਾਨ ਨੇਤਾ ਜਿਹੜਾ ਇਸ ਮੁੱਦੇ ਤੇ ਆ ਨਹੀਂ ਰਹੇ। ਇਹੋ ਜਿਹੀ ਸਥਿਤੀ ਦੇ ਵਿੱਚ 117 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਕਿਹੋ ਜਿਹਾ ਪੋਲੀਟੀਕਲ ਮਾਹੌਲ ਮਾਪ ਰਹੇ ਹੋ, ਜਾਂਚ ਰਹੇ ਹੋ? ਜੀ ਗਰਗ ਸਾਹਿਬ। ਸਿੱਧੂ ਸਾਹਿਬ ਦੇਖੋ, ਜਿਹੜੀ ਬੀਜੇਪੀ ਹੈ ਉਹ ਜਿਹੜਾ ਹੈਗਾ ਮੁਲਕ ਨੂੰ ਡੰਡੇ ਦੇ ਜ਼ੋਰ ਤੇ ਚਲਾਉਣਾ ਚਾਹੁੰਦੀ ਹੈ। ਆਪਾਂ ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀ ਕਿ ਬੱਚਾ ਆਪਣੀ ਮਾਂ ਦੇ ਨਾਲ ਜਾ ਰਿਹਾ, ਠੋਕਰ ਲੱਗ ਕੇ ਡਿੱਗ ਗਿਆ, ਇੱਕ ਤਾਂ ਉਹਦੇ 60 ਵੱਜੀ, ਉੱਤੋਂ ਮਾਂ ਉਹਨੂੰ ਚਪੇੜ ਮਾਰਦੀ ਸੀ, ਰੋਣ ਵੀ ਨਹੀਂ ਦਿੰਦੀ ਸੀ। ਉਹੀ ਹਾਲ ਬੀਜੇਪੀ ਦਾ ਹੈਗਾ ਕਿ ਇੱਕ ਤਾਂ ਇਦਾਂ ਦੇ ਕਾਨੂੰਨ ਲੈ ਕੇ ਆਉਂਦੇ ਆ, ਉਹ ਕਾਨੂੰਨ ਜਿਹੜੀ ਸਾਡੀ ਰੋਜੀ ਰੋਟੀ ਦੀ ਬਣੀ ਹੋਈ ਆ, ਉੱਪਰੋਂ ਸਾਨੂੰ ਸਾਹ ਵੀ ਨਹੀਂ ਲੈਣ ਦਿੰਦੇ ਔਰ ਅੰਦੋਲਨ ਵੀ ਨਹੀਂ ਕਰਨ ਦਿੰਦੇ ਕਿਸਾਨਾਂ ਨੂੰ। ਇਹ ਹਾਲਾਤ ਹੈਗੀ ਹੈ। ਜਿੱਥੇ ਤੱਕ ਪੋਲੀਟੀਕਲ ਏਜੰਡੇ ਦਾ ਸੰਬੰਧ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ, ਪੋਲੀਟੀਕਲ ਏਜੰਡਾ ਹਰੇਕ ਪਾਰਟੀ ਦਾ ਆਪਣਾ ਏਜੰਡਾ, ਉਸ ਏਜੰਡੇ ਦੇ ਤਹਿਤ ਉਹ ਕੰਮ ਕਰਦੇ ਆ। ਲੋਕਾਂ ਨੂੰ ਜੇ ਉਹਨਾਂ ਦਾ ਏਜੰਡਾ ਪਸੰਦ ਆ ਜਾਂਦਾ, ਲੋਕ ਉਸ ਨੂੰ ਚੁਣ ਲੈਂਦੇ। ਇਸ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਹੋਣਾ ਵੀ ਨਹੀਂ ਚਾਹੀਦਾ। ਪਰ ਇੱਥੇ ਕੁਝ ਗੱਲ ਹੋਰ ਤਰ੍ਹਾਂ ਦੀ ਹੈਗੀ ਹੈ ਕਿ ਜਿਹੜੇ ਲੋਕ ਅੱਜ ਪਿੰਡਾਂ ਦੇ ਵਿੱਚ ਕਨਸੋਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ,
ਲੋਕ ਇਹ ਦੇਖ ਰਹੇ ਨੇ ਕਿ ਧਰੂਵੀਕਰਨ ਦੀ ਜਿਹੜੀ ਆ ਉਹ ਰਾਜਨੀਤੀ ਸ਼ੁਰੂ ਹੋ ਰਹੀ ਹੈ। ਬੇਸ਼ੱਕ ਸਾਹਮਣੇ ਦੇਖਣ ਦਿਖਾਣ ਨੂੰ ਬੀਜੇਪੀ ਅਤੇ ਅਕਾਲੀ ਦਲ ਭਾਵੇਂ ਵੱਖਰਾ ਵੱਖਰਾ ਹੋ ਗਿਆ ਹੈਗਾ, ਪਰ ਲੋਕਾਂ ਨੂੰ ਅੱਜ ਵੀ ਸ਼ੱਕ ਹੈਗਾ ਕਿ ਆਉਣ ਵਾਲੇ ਦਿਨਾਂ 'ਚ ਦੁਬਾਰਾ ਫਿਰ ਇਕੱਠੇ ਹੋ ਜਾਣਗੇ, ਕਿਉਂਕਿ ਬੀਜੇਪੀ ਜਿਸ ਤਰੀਕੇ ਨਾਲ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਦੂਸਰੇ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ, ਦੀ ਮੁਹਾਰਤ ਵੀ ਇਹੀ ਹੈ ਬੀਜੇਪੀ ਦੀ। ਪਿਛਲੇ ਲੰਬੇ ਸਮੇਂ ਤੁਸੀਂ ਦੇਖਿਆ ਕਿ ਧਰੂਵੀਕਰਨ ਵੋਟਾਂ ਦਾ ਕਰਨਾ, ਉਹ ਪੰਜਾਬ ਦੇ ਵਿੱਚ ਵੀ ਇਹ ਕੋਸ਼ਿਸ਼ ਕਰੇਗੀ ਹੁਣ, ਕਿਉਂਕਿ ਅੱਜ ਇਹ ਨਾ ਡਿਵੈਲਪਮੈਂਟ ਦੀ ਗੱਲ ਨਹੀਂ ਕਰਦੇ, ਅੱਜ 2 ਕਰੋੜ ਨੌਕਰੀ ਦੀ ਗੱਲ ਨਹੀਂ ਕਰਨਗੇ, ਅੱਜ 15 ਲੱਖ ਦੀ ਗੱਲ ਨਹੀਂ ਕਰਨਗੇ, ਅੱਜ ਇਸ ਤਰ੍ਹਾਂ ਦੀ ਗੱਲ ਕਰਨਗੇ। ਇਸੇ ਤਰ੍ਹਾਂ ਜਿਹੜਾ ਹੈਗਾ ਅਕਾਲੀ ਦਲ ਹੈਗਾ, ਕਾਨੂੰਨ ਬਣਵਾ ਕੇ, ਠੀਕ ਹੈ ਨਾ, ਬਾਅਦ ਦੇ ਵਿੱਚ ਡੁਗਡੁਗੀ ਵਜਾਉਣ ਦਾ ਕੀ ਫਾਇਦਾ। ਕਹਿੰਦਾ ਅੱਗ ਲਾਇਆ ਡੱਬੂ ਕੋਠੇ ਦੇ ਉੱਤੇ, ਜਦੋਂ ਤੱਕ ਕਾਨੂੰਨ ਬਣਨੇ ਸੀ ਉਦੋਂ ਤੱਕ ਕਾਨੂੰਨ ਬਣਨ ਦਿੱਤੇ, ਉਹਦੇ ਹੱਕ 'ਚ ਵੀ ਭੁਗਤ ਕੇ ਕਾਨੂੰਨ ਬਣਵਾ ਵੀ ਦਿੱਤੇ। ਉਹਨੇ ਡਰਾਮਾ ਕੀਤਾ, ਲੋਕ ਸਮਝਦੇ ਇਹ ਡਰਾਮਾ ਹੈਗਾ ਕਿ ਉਸਦਾ ਵਿਰੋਧ ਕਰਨਾ ਹੈਗਾ। ਲੋਕਾਂ ਨੂੰ ਅੱਜ ਇਹ ਸਮਝ ਪੈ ਰਹੀ ਹੈ ਕਿ ਇਹਨਾਂ ਦਾ ਇੱਕ ਛੁਪਿਆ ਹੋਇਆ ਏਜੰਡਾ ਹੈਗਾ, ਜਿਸ ਏਜੰਡੇ ਦੇ ਤਹਿਤ ਅਕਾਲੀ ਦਲ ਅਤੇ ਬੀਜੇਪੀ ਜਿਹੜਾ ਇਲੈਕਸ਼ਨ ਲੜ ਰਹੇ ਹੈਗੇ ਹੈ ਜਾਂ ਲੜਨਗੇ, ਔਰ ਇਲੈਕਸ਼ਨ ਤੋਂ ਬਾਅਦ ਫੇਰ ਇਕੱਠੇ ਹੋਣਗੇ। ਲੋਕਾਂ ਨੂੰ ਇਸ ਦੇ ਉੱਤੇ ਪੂਰਾ ਸ਼ੱਕ ਹੈ, ਲੋਕ ਇਹਨਾਂ ਗੱਲਾਂ ਦੇ ਵਿੱਚ ਹੁਣ ਆਉਣ ਵਾਲੇ ਨਹੀਂ ਹੈਗੇ। ਜੀ ਕਲੀਅਰ ਜੀ, ਮੈਂ ਆ ਰਿਹਾ ਤੁਹਾਡੇ ਵੱਲ। ਇੱਕ ਕਮੈਂਟਸ ਜਿਹੜੇ ਕਿ ਛੋਟੇ ਜਿਹੇ ਗਰੇਵਾਲ ਸਾਹਿਬ ਤੋਂ ਜ਼ਰੂਰ ਲੈ ਲਈਏ। ਕਲੀਅਰ ਜੀ, ਮੈਂ ਹੁਣੇ ਆ ਰਿਹਾ ਤੁਹਾਡੇ ਵੱਲ। ਗਰੇਵਾਲ ਜੀ, ਤੁਸੀਂ ਕਲੀਅਰ ਜੀ ਦੇ ਕਮੈਂਟਸ ਵੀ ਸੁਣੇ ਹੈ ਔਰ ਗਰਗ ਸਾਹਿਬ ਦੇ ਕਮੈਂਟਸ ਵੀ ਸੁਣੇ ਹੈ। ਉਹਨਾਂ ਨੇ ਕਿਹਾ ਕਿ ਕਿਸਾਨੀ ਦਾ ਜਿਹੜਾ ਮੁੱਦਾ, ਉਸ ਦਾ ਹੱਲ ਤਾਂ ਦੋਨੇ ਤਰ੍ਹਾਂ ਕਹਿ ਰਹੀਆਂ ਕਿ ਫੌਰੀ ਕਰਨਾ ਹੀ ਹੋਏਗਾ। ਔਰ ਨੀਲ ਗਰਗੋਣੀ ਕਹਿ ਰਿਹਾ ਹੈ ਕਿ ਅਕਾਲੀ ਦਲ ਤੇ ਜਿੱਥੋਂ ਤੱਕ ਸਵਾਲ ਹੈ ਭਾਜਪਾ ਦਾ, ਆਪਸ ਵਿੱਚ ਇਹਨਾਂ ਦਾ ਅੰਦਰ ਖਾਤੇ ਹੱਥ ਮਿਲਾਇਆ ਤੇ ਰਲ ਕੇ ਸਾਰੀ ਜਿਹੜੀ ਗੱਲ ਗੇਮ ਖੇਡ ਰਹੇ ਹੈ, ਸਾਹਮਣੇ ਆ ਜਾਏਗੀ ਲੋਕਾਂ ਦੇ। ਦੇਖੋ, ਸਾਨੂੰ ਸ਼ੱਕ ਰਹਿੰਦਾ ਵੀ ਨੀਲ ਗਰਗ ਜੀ ਕਦੇ ਕਦੇ ਕਾਂਗਰਸ ਨਾਲ ਵੀ ਹੱਥ ਮਿਲਾ ਜਾਂਦੇ ਆ, ਤੇ ਇਸ ਕਰਕੇ ਸਾਨੂੰ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਹਰ ਪਾਰਟੀ ਦੀ ਆਪਣੀ ਨੀਤੀ ਹੁੰਦੀ ਆ। ਸਾਡਾ ਕੋਈ ਰਾਜਨੀਤਿਕ ਵਿਚਾਰਧਾਰਾ ਦੇ ਨਾਲ ਚੱਲਦੇ ਆ, ਤੇ ਕੋਈ ਜ਼ਬਰਦਸਤੀ ਨਹੀਂ ਹੁੰਦਾ ਕਿ ਅਸੀਂ ਅਕਾਲੀ ਦਲ ਨਾਲ ਅਲਾਇੰਸ ਕਰੀਏ, ਅਕਾਲੀ ਦਲ ਸਾਡੇ ਨਾਲ ਕਰੇ, ਜਾਂ ਆਮ ਆਦਮੀ ਪਾਰਟੀ ਉਹਦੇ ਬਾਰੇ ਸੋਚੇ ਤੇ ਉਹ ਕਾਂਗਰਸ ਨਾਲ ਕਰਨ ਜਾਂ ਨਾ ਕਰਨ। ਅਸੀਂ ਕਿਉਂ ਸੋਚੀਏ? ਅਸੀਂ ਤਾਂ ਆਪਣੀ ਗੱਲ ਲੋਕਾਂ ਕੋਲ ਰੱਖਣੀ ਆ ਔਰ ਉਸ ਗੱਲ ਦੇ ਉੱਪਰ ਜਾ ਕੇ ਗੱਲ ਕਰਨੀ ਆ। ਉਸ ਕਿਸਾਨ ਦਾ ਮੁੱਦਾ ਅਸੀਂ ਹਰ ਹਾਲ 'ਚ ਹੱਲ ਕਰਨਾ ਚਾਹੁੰਦੇ ਹਾਂ। ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਕਿਸੇ ਤਰੀਕੇ ਨਾਲ ਜਾ ਕੇ ਹੱਲ ਹੋ ਜਾਏਗਾ ਔਰ ਇਹ ਸਾਰੀਆਂ ਗੱਲਾਂ ਖਤਮ ਹੋ ਜਾਣੀਆਂ ਨੇ। ਕੋਈ ਐਸੀ ਲੰਬੀ ਚੌੜੀ ਗੱਲ ਨਹੀਂ ਹੈ। ਸਾਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ, ਜਿੰਨੀ ਚਿੰਤਾ ਪੰਜਾਬ ਦੀ ਨੀਲ ਗਰਗ ਜੀ ਨੂੰ ਹੈ, ਉਨੀ ਮੈਨੂੰ ਵੀ ਹੈ, ਉਨੀ ਕਲੇਰ ਸਾਹਿਬ ਨੂੰ ਵੀ ਹੈ। ਤੇ ਅਸੀਂ ਮਿਲ ਕੇ ਹਰ ਗੱਲ ਤੇ ਵਿਰੋਧ ਨਾ ਕਰੀਏ। ਜੇ ਕਿਸੇ ਵਿਧਾਇਕ ਦੇ ਉੱਪਰ ਇਸ ਤਰ੍ਹਾਂ ਦਾ ਜ਼ੁਲਮ ਹੋਇਆ, ਜੋ ਇਹ ਕੀਤਾ ਗਿਆ, ਇਸ ਤਰ੍ਹਾਂ ਦਾ ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ, ਕਿਸੇ ਵੀ ਪੋਲੀਟੀਕਲ ਪਾਰਟੀ। ਜੀ ਗਰੇਵਾਲ ਜੀ, ਉਹ ਤਾਂ ਸਭ ਨੇ ਨਿਖੇਧੀ ਕੀਤੀ ਹੈ। ਜੀ ਗਰੇਵਾਲ ਜੀ, ਬਿਲਕੁਲ ਉਹਦੀ ਸਭ ਨੇ ਨਿਖੇਧੀ ਕੀਤੀ ਹੈ। ਗਰੇਵਾਲ ਜੀ, ਜਿਹੜਾ ਨੀਲ ਗਰਗੋਣੀ ਕਹਿ ਰਹੇ ਹੈ, ਕਿਤੇ ਲੱਗਦੀ ਹੈ ਇਹੋ ਜਿਹੀ ਪੋਸੀਬਿਲਿਟੀ, ਕਿਉਂਕਿ ਪੋਲੀਟੀਕਲ ਤੌਰ ਤੇ ਜਿਵੇਂ ਕਹਿੰਦੇ ਕੋਈ ਪੱਕੀ ਦੁਸ਼ਮਣੀ ਨਹੀਂ ਹੁੰਦੀ, ਪੱਕੀ ਦੋਸਤੀ ਨਹੀਂ ਹੁੰਦੀ, ਅਕਾਲੀ ਦਲ ਨਾਲ ਸਾਂਝ ਬਣ ਸਕਦੀ ਹੈ। ਗਰਗ ਸਾਹਿਬ ਕਹਿ ਰਿਹਾ ਬਾਰ-ਬਾਰ। ਨਹੀਂ, ਐਸਾ ਕੁਛ ਨਹੀਂ। ਨੀਲ ਗਰਗ ਜੀ ਨੂੰ ਕਹੋ ਕਿ ਇਸ ਵਾਰ ਤੁਸੀਂ ਨਿਸ਼ਚਿੰਤ ਰਹੋ ਤੇ ਤੁਸੀਂ ਆਪਣਾ ਚੁਣਾਵ ਲੜੋ ਤੇ ਸਰਕਾਰ ਬਣਾਉਣ ਲਈ ਲੜੋ। ਤੁਹਾਨੂੰ ਬਹੁਤ ਮੁਬਾਰਕਾਂ। ਅਸੀਂ ਆਪਣੀ ਸਰਕਾਰ ਬਣਾਉਣ ਲਈ ਲੜਾਂਗੇ, ਅਕਾਲੀ ਦਲ ਆਪਣੀ ਬਣਾਉਣ ਲਈ ਲੜੂਗਾ। ਸਾਰੇ ਆਪਣੀ ਗੱਲ ਲੋਕਾਂ 'ਚ ਲੈ ਕੇ ਜਾਵਾਂਗੇ। ਬਾਕੀ ਕਾਂਗਰਸ ਚਲੋ ਗਰੇਵਾਲ ਜੀ, ਜੀ ਗਰੇਵਾਲ ਜੀ, ਮੈਂ ਵਾਪਸ ਆਵਾਂਗਾ ਤੁਹਾਡੇ ਵੱਲ ਹੋਰ ਸਵਾਲ ਦੇ ਉੱਤੇ। ਕਲੀਰ ਜੀ, ਜਿਸ ਮੁੱਦੇ ਤੇ ਨੀਲ ਗਰਗ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਮੁੱਦੇ ਤੇ ਫਿਰ ਇੱਕ ਦੂਜੇ ਨਾਲ ਹੱਥ ਮਿਲਾ ਸਕਦੇ ਹੈ, ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਪਹਿਲਾਂ ਜਿਹੜਾ ਕੇਂਦਰ ਦੇ ਸੱਤਾ 'ਚ ਬੈਠਾ ਸੀ ਤਾਂ ਉੱਥੇ ਉਹਨਾਂ ਨੇ ਇਹਨਾਂ ਫੈਸਲਿਆਂ ਤੇ ਮੋਹਰ ਵੀ ਲਈ ਤੇ ਬਾਅਦ 'ਚ ਆ ਕੇ ਬਾਹਰ ਡਰਾਮਾ ਕੀਤਾ। ਕੀ ਕਹੋਗੇ ਕਲੀਅਰ ਜੀ ਇਸ ਮੁੱਦੇ ਤੇ? ਮੈਂ 4 ਸਵਾਲ ਪੁੱਛੂੰਗਾ, ਨੀਲ ਗਰਗ ਸਾਹਿਬ ਉਹ ਚਾਰਾਂ ਦਾ ਜਵਾਬ ਦੇ ਦੇਣ, ਫਿਰ ਮੈਂ ਜਿਹੜਾ ਇਹਨਾਂ ਦਾ ਡਾਊਟ ਆ ਉਹ ਵੀ ਕਲੀਅਰ ਕਰੂੰਗਾ ਆਪਣੀ ਗੱਲ ਦੇ ਵਿੱਚ। ਇਹ ਪਹਿਲੀ ਗੱਲ ਮੈਨੂੰ ਇਹ ਦੱਸ ਦੇਣ ਕਿ ਜਿੱਦਣ ਉੱਥੇ ਲੋਕ ਸਭਾ ਦੇ ਵਿੱਚ ਬਿੱਲ ਟੇਬਲ ਕੀਤਾ ਗਿਆ, ਐਡੀ ਕੀ ਕਾਲੀ ਸੀ ਕਿ ਭਗਵੰਤ ਮਾਨ ਸਾਹਿਬ ਸਪੀਚ ਦਿੰਦੇ ਸਾਰ ਬਾਹਰ ਚਲੇ ਗਏ, ਜਿਨ੍ਹਾਂ ਨੇ ਵੌਇਸ ਵੋਟਿੰਗ ਤੱਕ ਦਾ ਇੰਤਜ਼ਾਰ ਨਹੀਂ ਕੀਤਾ। ਦੂਜੀ ਗੱਲ, ਦਿੱਲੀ ਵਿਧਾਨ ਸਭਾ ਨੇ ਕੋਈ ਅਫੀਸ਼ੀਅਲ ਮਤਾ ਪਾ ਕੇ ਇਹ ਕਾਨੂੰਨ ਰੱਦ ਕੀਤੇ ਹੋਣ, ਅਗਰ ਮਤਾ ਉੱਥੇ ਪਿਆ ਉਹ ਦੱਸ ਦੇਣ। ਤੀਜੀ ਗੱਲ, ਜਦੋਂ ਸਾਰੇ ਦੇਸ਼ ਦੇ ਵਿੱਚ ਇਹ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਸੀ, ਕੀ ਐਸੀ ਜ਼ਰੂਰਤ ਆਣ ਪਈ ਸੀਗੀ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਤਿੰਨੇ ਕਾਨੂੰਨ ਲਾਗੂ ਕਰਨੇ ਪਏ। ਚੌਥੀ ਗੱਲ, ਭਗਵੰਤ ਮਾਨ ਸਾਹਿਬ ਉਸ ਕਮੇਟੀ ਦੇ ਮੈਂਬਰ ਸੀ ਜਿਨ੍ਹਾਂ ਨੇ ਤਿੰਨਾਂ ਚੋਂ ਇੱਕ ਕਾਨੂੰਨ ਨੂੰ ਐਂਡੋਰਸ ਕੀਤਾ ਔਰ ਉਹ ਬਾਅਦ ਦੇ ਵਿੱਚ ਝੂਠ ਬੋਲੇ ਕਿ ਉਹਦੇ 'ਚ ਐਸੈਂਸ਼ੀਅਲ ਕਮੋਡਿਟੀਜ਼ ਡਿਸਕਸ ਨਹੀਂ ਹੋਇਆ, ਜਦ ਕਿ ਮੈਂ ਨੀਲ ਗਰਗ ਸਾਹਿਬ ਨੂੰ ਪੂਰੀ ਕਾਪੀ ਭੇਜ ਦਿਆਂਗਾ। 5 ਤੋਂ ਲੈ ਕੇ 16 ਪੇਜ ਤੱਕ ਜਿਹੜੀ ਕਮੇਟੀ ਦੀ ਰਿਪੋਰਟ ਹੈ, ਉਹ 15 ਜਿਹੜੇ ਉਹਦੇ 10-11 ਪੇਜ ਦੇ ਉੱਤੇ ਭਰੇ ਹੋਏ ਨੇ ਤੇ ਸਾਰੇ ਮੈਂਬਰਾਂ ਨੇ ਉਹਦੇ ਤੇ ਆਪਣੇ ਵਿਚਾਰ ਦਿੱਤੇ ਨੇ ਸਿਵਾਏ ਭਗਵੰਤ ਮਾਨ ਤੋਂ। ਪੰਜਵੀਂ ਗੱਲ, ਜਦੋਂ ਸਾਡੇ
ਨਹੀਂ ਇੱਕ ਗੱਲ ਜੀ, ਜੀ, ਜਦੋਂ ਜੀ, ਤਾਂ ਖੇਤੀ ਵਾਲੇ ਮੁੱਦੇ ਤੇ ਸਾਡੇ ਬੱਚਿਆਂ ਦੇ ਦਿੱਲੀ ਦੇ ਵਿੱਚ ਬੇਲਾਂ ਲੱਗ ਰਹੀਆਂ ਸੀ, ਦਿੱਲੀ ਸਰਕਾਰ ਦੇ ਵਕੀਲ ਕਿਉਂ ਵਿਰੋਧ ਕਰ ਰਹੇ ਸੀ? ਔਰ ਇਹਨਾਂ ਦੀ ਲਾਸਟ ਗੱਲ ਤਾਂ ਮੈਂ ਤੁਹਾਨੂੰ ਦੇ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਸਿੱਧੀ ਸਾਦੀ ਪਾਰਟੀ ਹੈ, ਅਸੀਂ ਬੈਕ ਗੇਅਰ ਨਹੀਂ ਲਾਉਂਦੇ। ਅਸੀਂ ਕੇਜਰੀਵਾਲ ਵਰਗੇ ਨਹੀਂ ਕਿ ਸ਼ੀਲਾ ਦੀਕਸ਼ਿਤ ਦੇ ਖਿਲਾਫ ਇਲੈਕਸ਼ਨ ਲੜ ਕੇ ਕਾਂਗਰਸ ਨਾਲ ਸਮਝੌਤਾ ਕਰਕੇ ਸਰਕਾਰ ਬਣਾ ਲਈਏ। ਅਸੀਂ ਅੱਗੇ ਨੂੰ ਜਾਂਦੇ ਹਾਂ। ਹੁਣ ਬੀਜੇਪੀ ਨਾਲ ਅਲਾਇੰਸ ਟੁੱਟ ਗਿਆ, ਸੋ ਅਸੀਂ ਆਪ ਦੇ ਤੌਰ ਤੇ ਚੋਣ ਲੜਾਂਗੇ, ਜਿੱਤਾਂਗੇ ਤੇ ਸਰਕਾਰ ਬਣਾਵਾਂਗੇ। ਹੁਣ ਅਲਾਇੰਸ ਦਾ ਸਵਾਲ ਹੀ ਨਹੀਂ ਉੱਠਦਾ। ਓਕੇ, ਥੈਂਕ ਯੂ ਵੈਰੀ ਮਚ। ਜੀ ਗਰਗ ਸਾਹਿਬ, ਤੁਸੀਂ ਜਵਾਬ ਦੇਣਾ ਚਾਹੁੰਦੇ ਹੋ? ਹਾਂ, ਬਿਲਕੁਲ ਸਿੱਧੂ ਸਾਹਿਬ, ਮੈਂ ਕਲੇਰ ਸਾਹਿਬ ਦੀਆਂ ਗੱਲਾਂ ਦਾ ਜ਼ਰੂਰ ਜਵਾਬ ਦੇਣਾ ਚਾਹਾਂਗਾ। ਪਿਛਲੇ ਦਿਨੀ ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਉਸ ਮੀਟਿੰਗ ਦੇ ਮਿੰਟਸ ਜਾਰੀ ਕੀਤੇ ਸੀ। ਤੁਸੀਂ ਇੱਕ ਚੈਲੰਜ ਵੀ ਕੀਤਾ ਸੀ, ਪੂਰੇ ਨੈਸ਼ਨਲ ਮੀਡੀਆ ਦੇ ਸਾਹਮਣੇ ਚੈਲੰਜ ਕੀਤਾ ਸੀ ਕਿ ਜਿਹੜਾ 5 ਜੂਨ 2020 ਨੂੰ ਜਦੋਂ ਇਹ ਆਰਡੀਨੈਂਸ ਜਾਰੀ ਹੋਏ ਸੀ, ਉਹਦੇ ਮਿੰਟ ਵੀ ਬੀਬਾ ਹਰਸਿਮਰਤ ਕੌਰ ਉਹ ਜਾਰੀ ਕਰ ਦੇਣ। ਮੇਰਾ ਪਹਿਲਾ ਸਵਾਲ ਇਹਨਾਂ ਨੂੰ। ਦੂਸਰਾ ਸਵਾਲ ਇਹ ਹੈਗਾ ਕਿ ਲਗਾਤਾਰ 2.5 ਮਹੀਨੇ ਪੂਰਾ ਬਾਦਲ ਪਰਿਵਾਰ, ਉਹਨਾਂ 'ਚ ਸੁਖਬੀਰ ਬਾਦਲ ਜੀ ਵੀ ਨੇ, ਉਹ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਦੇ ਰਹੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਇਹਨਾਂ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਸਿਰਫ ਇੱਕੋ ਵਾਰ ਬੋਲੇ ਨੇ, ਸੋਸ਼ਲ ਮੀਡੀਆ ਤੇ ਆ ਕੇ ਉਹਨਾਂ ਨੇ ਵੀਡੀਓ ਪਾਈ ਹੈ, ਅੱਜ ਵੀ ਉਹ ਵੀਡੀਓ ਉੱਥੇ ਪਈ ਹੈਗੀ ਹੈ, ਉਹਦੀ ਸਿਰਫ ਹਮਾਇਤ ਕਰ ਰਹੇ ਨੇ। ਈਵਨ ਜਦੋਂ ਇਹਨਾਂ ਨੇ ਉੱਥੋਂ ਸਮਰਥਨ ਵਾਪਸ ਲੈ ਲਿਆ, ਉਸ ਤੋਂ ਬਾਅਦ ਵੀ ਉਹਨਾਂ ਨੇ ਕਦੇ ਉਸ ਨੂੰ ਕੰਡੈਮ ਨਹੀਂ ਕੀਤਾ। ਔਰ ਤੀਸਰਾ, ਬੀਬਾ ਬਾਦਲ ਈਵਨ ਅਸਤੀਫਾ ਦੇਣ ਤੋਂ ਬਾਅਦ ਵੀ ਜਦੋਂ ਇੱਕ ਬਹੁਤ ਸੀਨੀਅਰ ਪੱਤਰਕਾਰ, ਨੈਸ਼ਨਲ ਚੈਨਲ ਦਾ ਪੱਤਰਕਾਰ ਉਹਨਾਂ ਕਾਨੂੰਨਾਂ ਤੇ ਗੱਲ ਕਰ ਰਿਹਾ, ਉਹ ਵੀਡੀਓ ਵੀ ਤੁਸੀਂ ਕਹੋ ਮੇਰੇ ਕੋਲੇ ਵੀ ਪਈ ਹੈ, ਸਾਰੇ ਜਾਨੀ ਕਿ ਪਬਲਿਕ ਡੋਮੇਨ 'ਚ ਪਈ ਹੈ, ਜਦੋਂ ਉਹ ਕਹਿ ਰਹੇ ਸੀ ਕਿ ਕਾਨੂੰਨਾਂ ਦਾ ਵਿਰੋਧ ਮੈਂ ਨਹੀਂ ਕਰ ਰਹੀ, ਕਾਨੂੰਨਾਂ ਦਾ ਵਿਰੋਧ ਕਿਸਾਨ ਕਰ ਰਹੇ ਹੈਗੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਹਾਥੀ ਦੇ ਦੰਦ ਖਾਣ ਤੇ ਹੋਰ ਦਿਖਾਣ ਦੇ ਹੋਰ ਇਹੋ ਜਿਹੀਆਂ ਗੱਲਾਂ ਇਹ ਨਾ ਕਰਨ। ਔਰ ਜਿੱਥੋਂ ਤੱਕ ਇਹਨਾਂ ਨੇ ਉੱਥੋਂ ਦੀਆਂ ਮੇਲ ਦੀ ਗੱਲ ਕੀਤੀ ਹੈ, ਇਹਨਾਂ ਨੂੰ ਪਤਾ ਹੋਣਾ, ਮੇਰੇ ਛੋਟੇ ਭਰਾ, ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਕਿ ਜਿਹੜਾ ਲਾਅ ਐਂਡ ਆਰਡਰ ਜਿਹੜਾ ਹੈਗਾ ਦਿੱਲੀ ਦਾ, ਉਹ ਦਿੱਲੀ ਸਰਕਾਰ ਦੇ ਅੰਡਰ ਨਹੀਂ ਹੈਗਾ, ਉਹ ਗ੍ਰਹਿ ਮੰਤਰੀ ਦੇ ਅੰਡਰ ਆਉਂਦਾ ਹੈਗਾ। ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਉਹਨਾਂ ਨੇ ਪਾਈਆਂ ਨੇ, ਕੇਸ ਵੀ ਉਹਨਾਂ ਨੇ ਦਰਜ ਕੀਤੇ ਹੈਗੇ। ਉਹ ਕੋਈ ਦਿੱਲੀ ਸਰਕਾਰ ਨੇ ਕੇਸ ਨਹੀਂ ਦਰਜ ਕੀਤੇ, ਬਲਕਿ ਦਿੱਲੀ ਸਰਕਾਰ, ਆਮ ਆਦਮੀ ਪਾਰਟੀ, ਕੇਜਰੀਵਾਲ ਲਗਾਤਾਰ ਜਿਹੜਾ ਹੈਗਾ ਉਹ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਹੋਏ ਹਾਂ। ਕਿਸਾਨਾਂ ਦੀ ਜਿੱਥੋਂ ਤੱਕ ਸੰਭਵ ਜਾਣੀ ਕਿ ਮਦਦ ਹੋਈ ਅਸੀਂ ਉਹ ਕੀਤੀ ਹੈ, ਚਾਹੇ ਉਹ ਸੜਕ ਤੋਂ ਲੈ ਕੇ ਸੰਸਦ ਤੱਕ, ਭਾਵੇਂ ਉਹ ਸੈਂਟਰਲ ਹਾਲ ਹੋਵੇ ਜਿੱਥੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਦੋਂ ਉੱਥੇ ਇੱਕ ਬੁੱਕ ਦਾ ਉਦਘਾਟਨ ਕਰਨ ਆਏ ਸੀ, ਉਹ ਸੈਂਟਰਲ ਹਾਲ 'ਚ ਆਪਣਾ ਪ੍ਰੋਗਰਾਮ ਛੱਡ ਕੇ ਜਾਣਾ ਪਿਆ। ਉਹ ਕਿਹਨੇ ਕੀਤਾ? ਉਹ ਆਮ ਆਦਮੀ ਪਾਰਟੀ ਦੇ 2 MP ਸੰਜੇ ਸਿੰਘ ਜੀ ਤੇ ਭਗਵੰਤ ਮਾਨ ਨੇ ਕੀਤਾ। ਇਹਨਾਂ ਨੇ ਜੇ ਕਿਤੇ ਕੀਤਾ ਹੋਵੇ ਤਾਂ ਤੁਸੀਂ ਦੱਸ ਦਿਓ। ਇਹ ਲਗਾਤਾਰ ਝੂਠ ਇਹਨਾਂ ਦੀ ਹੈਗੀ ਹੈ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਇਹਨਾਂ ਦੀ ਜਿਹੜੀ ਝੂਠ ਬੋਲਣ ਦੀ ਪ੍ਰਵਿਰਤੀ, ਕੁਛ ਕਹਿੰਦਾ ਚੰਡੀਗੜ੍ਹ, ਦਿੱਲੀ ਕੁਛ ਕਹਿੰਦਾ, ਹੁਣ ਨਹੀਂ ਚੱਲਦਾ। ਕਲੇਰ ਸਾਹਿਬ, ਮੇਰੀ ਦੋਨਾਂ ਨੂੰ ਬੇਨਤੀ ਹੈ, ਆਪਾਂ ਭਾਜਪਾ ਦੇ ਮੁੱਦੇ ਤੇ ਡਿਬੇਟ ਕਰ ਰਹੇ ਹਾਂ ਕਿ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਵੀ ਬਿਲਕੁਲ ਅੱਜ ਜਿਹੜਾ ਮੁੱਦਾ ਹੈਗਾ ਕਰਨੀ ਚਾਹੀਦੀ ਹੈ। ਤੁਸੀਂ ਇੱਕ ਰਾਜਨੀਤਿਕ ਸਵਾਲ ਪੁੱਛਿਆ ਤੇ ਲੋਕ ਕਹਿੰਦੇ ਨੇ, ਮੈਂ ਆਪਣੇ ਕੋਲੋਂ ਨਹੀਂ ਆਖਿਆ, ਮੈਂ ਉਹੀ ਆਖਿਆ ਵੀ ਲੋਕ ਪੰਜਾਬ ਦੇ ਕਹਿੰਦੇ ਨੇ ਕਿ ਬੀਜੇਪੀ ਅਤੇ ਅਕਾਲੀ ਦਲ ਇੱਕੋ ਹੀ ਹੈਗਾ, ਇਹ ਚੋਣਾਂ ਤੋਂ ਬਾਅਦ ਵੀ ਹੱਥ ਮਿਲਾ ਲੈਣਗੇ ਤੇ ਸਿਰਫ ਧੂੜੀਕਰਨ ਦੀ ਰਾਜਨੀਤੀ ਕਰਦੇ। ਮੈਂ ਤਾਂ ਉਹੀ ਗੱਲ ਆਖੀ ਹੈ, ਹੋਏ ਭਰਮ ਨੇ ਜੀ, ਵਹਿਮ ਨੇ, ਲੋਕ ਕਹਿੰਦੇ ਆ। ਚਲੋ ਓਕੇ ਜੀ, ਕਲੇਰ ਸਾਹਿਬ ਤੁਹਾਡੀ ਵੀ ਗੱਲ ਆ ਗਈ। ਓਕੇ, ਥੈਂਕ ਯੂ ਕਲੇਰ ਜੀ, ਤੁਹਾਡੀ ਗੱਲ ਵੀ ਆ ਗਈ। ਸਾਡੇ ਨਾਲ ਟਿੱਕਰੀ ਬਾਰਡਰ ਤੋਂ ਕਿਸਾਨ ਯੂਨੀਅਨ ਦੇ ਸੀਨੀਅਰ ਨੇਤਾ ਬਲਦੇਵ ਭਾਈ ਰੂਪਾ ਵੀ ਜੁੜੇ ਹੋਏ ਹੈ। ਇਸ ਮੁੱਦੇ ਤੇ ਆਪਾਂ ਉਹਨਾਂ ਤੋਂ ਲੈਣੇ ਸਵਾਲ। ਬਲਦੇਵ ਜੀ, ਕੁਝ ਮਿੰਟ ਪਹਿਲਾਂ ਹੀ ਭਾਜਪਾ ਦੀ ਲੁਧਿਆਣਾ 'ਚ ਮੀਟਿੰਗ ਹੋ ਕੇ ਹਟੀ ਹੈ ਔਰ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ 117 ਵਿਧਾਨ ਸਭਾ ਹਲਕਿਆਂ ਤੇ ਭਾਜਪਾ ਚੋਣ ਲੜੇਗੀ, ਉਹਨਾਂ ਦਾ ਪੋਲੀਟੀਕਲ ਰਾਈਟ ਹੈ। ਦੂਜਾ, ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ 'ਚ ਜਿਹੜੀਆਂ ਆਪਣੀਆਂ ਰਾਜਸੀ ਤੇ ਦੂਜੀਆਂ ਸਰਗਰਮੀਆਂ ਸ਼ੁਰੂ ਕਰਾਂਗੇ, ਸਾਡਾ ਕੋਈ ਘਿਰਾਓ ਕਰੇਗਾ ਜਾਂ ਸਾਡੇ ਤੇ ਕੋਈ ਹਮਲਾ ਕਰੇਗਾ ਤਾਂ ਇਦਾਂ ਦੇ ਘਿਰਾਓ ਜਿਹੜਾ ਭਾਜਪਾ ਬਰਦਾਸ਼ਤ ਨਹੀਂ ਕਰੇਗੀ। ਦੇਖੋ ਸਿੱਧੂ ਸਾਹਿਬ, ਗੱਲ ਇਹ ਹੈਗੀ ਆ ਵੀ ਹਰੇਕ ਬੰਦੇ ਨੂੰ ਆਪਣੀ ਗੱਲ ਕਰਨ ਦਾ ਰਾਈਟ ਆ, ਠੀਕ ਆ ਜੀ। ਇਹ ਪੰਜਾਬ ਦੇ ਵਿੱਚ ਵੋਟਾਂ ਮੰਗਣ ਵਾਸਤੇ ਆਉਣਗੇ ਤਾਂ ਜੋ ਖੇਤੀ ਵਿਰੋਧੀ ਕਾਨੂੰਨ ਬਣਾਏ ਨੇ ਇਹਨਾਂ ਨੇ, ਲੋਕ ਵਿਰੋਧੀ ਕਾਨੂੰਨ ਬਣਾਏ ਆ, ਉਹਨਾਂ ਦਾ ਸਖਤ ਵਿਰੋਧ ਤਾਂ ਹੋਵੇਗਾ ਹੀ। ਚਾਹੇ ਅਸੀਂ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਹੈਗਾ ਇਸ ਅੰਦੋਲਨ ਨੂੰ ਹਿੰਸਕ ਨਹੀਂ ਬਣਾਉਣਾ ਚਾਹੁੰਦੇ, ਪੀਸਫੁਲ ਰੱਖਣਾ ਚਾਹੁੰਦੇ ਆ, ਸ਼ਾਂਤਮਈ ਰੱਖਣਾ ਚਾਹੁੰਦੇ ਆ ਜੀ। ਇਹ ਹੁਣ ਇਹ ਜਿਹੇ ਬਿਆਨ ਇਹ ਦੇਣਗੇ ਭਾਜਪਾ ਵਾਲੇ ਤਾਂ ਸਾਡਾ ਜਿਹੜਾ ਸਫ਼ਰ ਆ, ਜਿਹੜਾ ਸਾਡਾ ਸਿਦਕ ਆ, ਉਹਨੂੰ ਇਹ ਪਰਖਣਾ ਚਾਹੁੰਦੇ ਆ। ਅਸੀਂ ਨਹੀਂ ਚਾਹੁੰਦੇ ਕਿ ਵੀ ਅਸੀਂ ਜਿਹੜਾ ਕੋਈ ਇਹੋ ਜਿਹੀ 2 ਤਰ੍ਹਾਂ ਦੀ ਮਤਲਬ ਗੜਬੜ ਹੋਵੇ, ਗੜਬੜ ਅਸੀਂ ਨਹੀਂ ਕਰਨਾ ਚਾਹੁੰਦੇ। ਇੱਥੇ ਵੀ ਮਲੋਟ ਜਿਹੜਾ ਹੋਇਆ ਉਹ ਵੀ ਇਹਨਾਂ ਨੇ ਪਹਿਲ ਕਰਕੇ ਕੀਤਾ
ਜਿਹੜਾ ਹੋਰ ਕੋਈ ਹੋਊਗਾ ਉਹਦੀ ਜ਼ਿੰਮੇਵਾਰ ਹੋਊਗੀ ਭਾਜਪਾ। ਜਿੱਥੋਂ ਤੱਕ ਵੋਟਾਂ ਦਾ ਸਵਾਲ ਆ, ਲੋਕ ਤਾਂ ਇਹਨਾਂ ਦਾ ਚਿਹਰਾ ਦੇਖਣਾ ਨਹੀਂ ਚਾਹੁੰਦੇ, ਲੋਕ ਤਾਂ ਇਹਨਾਂ ਨੂੰ ਮੱਥੇ ਲਾਉਣਾ ਨਹੀਂ ਚਾਹੁੰਦੇ। ਲੋਕਾਂ ਦੇ ਵਿੱਚ ਕਿੰਨਾ ਰੋਸ ਆ, ਕਿੰਨਾ ਗੁੱਸਾ, ਤੇ ਇਹ ਗੱਲਾਂ ਕਰਦੇ ਆ 117 ਜਿਹੜੀਆਂ ਸੀਟਾਂ ਉਹਨਾਂ ਉੱਤੇ ਚੋਣਾਂ ਲੜਨ ਦੀ। ਜੇ ਇਹਨਾਂ ਨੇ ਚੋਣਾਂ ਲੜਨੀਆਂ ਤਾਂ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਕਿ ਜਿਹੜੇ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਆ ਇਹਨਾਂ ਨੂੰ ਰੱਦ ਕਰੇ। ਨਹੀਂ, ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹ ਪੰਜਾਬ ਦੇ ਵਿੱਚ ਸ਼ਰੇਆਮ ਖੁੱਲੇ ਜਾ ਕੇ ਵੀ ਐਂ ਸਾਡੇ ਜਿਹੜੇ ਹੈਗੇ ਆ ਜਜ਼ਬਾਤਾਂ ਨੂੰ ਭੜਕਾਉਣਗੇ ਤਾਂ ਉਹਦੇ ਜਿਹੜੇ ਰਿਜ਼ਲਟ ਆ ਉਹ ਠੀਕ ਨਹੀਂ ਨਿਕਲਣਗੇ। ਇਹ ਆਪਦੀ ਪੀੜ੍ਹੀ ਥੱਲੇ ਸੋਟਾ ਚੰਗੀ ਤਰ੍ਹਾਂ ਮਾਰ ਲੈਣ ਜੀ। ਜੀ ਬਲਦੇਵ ਜੀ ਇਸ ਮੁੱਦੇ ਤੇ ਆਖਰੀ ਸਵਾਲ, ਤੁਹਾਡਾ ਕਹਿਣਾ ਹੈ ਕਿ ਭਾਜਪਾ ਨੂੰ ਵੋਟਾਂ 'ਚ ਜਾਣ ਤੋਂ ਪਹਿਲਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਆ, ਕਿਸਾਨ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ, ਫਿਰ ਪੰਜਾਬੀਆਂ 'ਚ ਜਾਣ ਵੋਟਾਂ ਮੰਗਣ ਵਾਸਤੇ। ਜੀ ਜੀ ਅਸੀਂ ਬਾਰ-ਬਾਰ ਇਹ ਕਹਿ ਚੁੱਕੇ ਹਾਂ, ਅਸਲ ਦੇ ਵਿੱਚ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਭਾਜਪਾ ਦੇ ਆਗੂ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਕਿਸਾਨ ਅੰਦੋਲਨ ਦੇ ਉੱਤੇ ਲੱਗੀਆਂ ਹੋਣ ਤੇ ਲੋਕ ਪੂਰੀ ਦੁਨੀਆ ਇਹਨਾਂ ਨੂੰ ਤੋਏ ਤੇ ਕਰਦਾ ਹੋਵੇ ਤੇ ਪੂਰੀ ਕੜਾਕੇ ਦੀ ਠੰਡ ਦੇ ਵਿੱਚ ਕਿਸਾਨਾਂ ਨੂੰ ਇਹਨਾਂ ਨੇ ਸੜਕਾਂ ਦੇ ਉੱਪਰ ਪਾਇਆ ਤੇ ਹੁਣ ਕੜਾਕੇ ਦੀ ਗਰਮੀ ਸ਼ੁਰੂ ਹੋ ਗਈ, ਸੜਕਾਂ ਦੇ ਉੱਤੇ ਪਏ ਆ, ਮੱਛਰ ਮੱਖੀ ਦਾ ਭਰਮਾਰ ਆ। ਇੱਥੇ ਕੋਈ ਨਾ ਖੱਟਰ ਸਰਕਾਰ ਵੱਲੋਂ ਨਾ ਮੋਦੀ ਸਰਕਾਰ ਵੱਲੋਂ ਕੋਈ ਸਫਾਈ ਨਹੀਂ ਕੀਤੀ ਗਈ ਤੇ ਇਹੋ ਜਿਹੇ ਜਿਹੜੇ ਭੜਕਾਊ ਬਿਆਨ ਦੇਣਗੇ ਤਾਂ ਇਹ ਆਪਦੀਆਂ ਜੜ੍ਹਾਂ ਦੇ ਵਿੱਚ ਆਪ ਹੀ ਤੇਲ ਪਾਉਣਗੇ। ਤੇ ਇਸ ਕਰਕੇ ਜਿਹੜਾ ਹੈਗਾ ਜਾਂ ਤਾਂ ਇਹ ਮੋਦੀ ਦੇ ਗੱਲ ਪੈਣ, ਲੋਕਾਂ ਨੂੰ ਡਰਾਉਣ ਧਮਕਾਉਣ ਦੀ ਬਜਾਏ ਜੇ ਮੋਦੀ ਨੂੰ ਕਹਿਣ ਵੀ ਜਦੋਂ ਜਿਹੜੀ ਚੀਜ਼ ਲੋਕ ਜਿਹੜੇ ਕਿਸਾਨ ਆ ਉਹ ਚਾਹੁੰਦੇ ਹੀ ਨਹੀਂ ਤਾਂ ਉਹਨਾਂ ਨੂੰ ਧੱਕੇ ਦੇ ਨਾਲ ਥਾਲੀ ਦੇ ਵਿੱਚ ਪਰੋਸ ਕੇ ਕਿਉਂ ਦਿੰਦੇ ਹੋ। ਤੋ ਇਸ ਕਰਕੇ ਜਿਹੜਾ ਹੈਗਾ ਜੇ ਕੋਈ ਕੱਲ ਨੂੰ ਮਾਹੌਲ ਖਰਾਬ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਭਾਜਪਾ ਦੀ ਹੋਵੇਗੀ ਜੀ। ਜੀ ਮਿਹਰਬਾਨੀ ਬਲਦੇਵ ਜੀ, ਥੈਂਕ ਯੂ ਵੈਰੀ ਮਚ। ਗਰੇਵਾਲ ਸਾਹਿਬ, ਜਿੱਦਾਂ ਤੁਸੀਂ ਕਿਸਾਨੀ ਅੰਦੋਲਨ ਦੇ ਟਾਕਰੇ ਦੀ ਗੱਲ ਕਰ ਰਹੇ ਹੋ, ਇੱਕ ਬੜਾ ਅਹਿਮ ਤੇ ਨਾਜ਼ੁਕ ਸਵਾਲ ਹੈਗਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਕਿਸਾਨ ਕਹਿੰਦੇ ਆ, ਇਹ ਗੱਲ ਕਲੀਅਰ ਜੀ ਨੇ ਵੀ ਕਹੀ ਹੈ, ਇਹ ਗੱਲ ਨੀਲ ਗਰਗ ਨੇ ਵੀ ਕਹੀ ਕਿ ਤਿੰਨੇ ਜਿਹੜੇ ਖੇਤੀ ਕਾਨੂੰਨ ਹੈ ਰੱਦ ਹੋਣੇ ਚਾਹੀਦੇ ਆ। ਭਾਜਪਾ ਕਹਿ ਰਹੀ ਹੈ ਕਿ ਨਹੀਂ, ਸੋਧਾਂ ਹੋ ਸਕਦੀਆਂ, ਰੱਦ ਨਹੀਂ ਹੋਣਗੇ। ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਵੀ ਆਪਣੇ ਪ੍ਰੋਗਰਾਮ ਲੈ ਕੇ ਪਿੰਡਾਂ ਤੇ ਸ਼ਹਿਰਾਂ 'ਚ ਅੰਦੋਲਨ ਲੈ ਕੇ ਤੇ ਸਾਰੇ ਮੁੱਦਿਆਂ ਦੇ ਉੱਤੇ ਜਾਵਾਂਗੇ। ਕੀ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ 'ਚ ਟਕਰਾਅ ਵਾਲੀ ਸਥਿਤੀ ਨਹੀਂ ਬਣੇਗੀ? ਇੱਕ ਪਾਸੇ ਜਿਹੜੇ ਕਿਸਾਨ ਹੈ ਉਹ ਭਾਜਪਾ ਦੇ ਘਰਾਓ ਦਾ ਸੱਦਾ ਦੇ ਰਹੇ ਆ, ਦੂਜੇ ਪਾਸੇ ਭਾਜਪਾ ਕਹਿ ਰਹੀ ਹੈ ਕਿ ਅਸੀਂ ਮੈਦਾਨ 'ਚ ਨਿਕਲ ਰਹੇ ਹਾਂ। ਇਹਦੇ ਨਾਲ ਗਰੇਵਾਲ ਜੀ ਲੱਗਦਾ ਪੰਜਾਬ 'ਚ ਟਕਰਾਅ ਵਾਲਾ ਮਾਹੌਲ ਬਣ ਰਿਹਾ ਹੈ, ਉਹ ਮਾਹੌਲ ਬਣਾਉਣ ਦੀ ਬਜਾਏ ਸਾਨੂੰ ਮੁੱਦੇ ਦਾ ਹੱਲ ਕਰਨਾ ਚਾਹੀਦਾ। ਅਸੀਂ ਏਦਾਂ ਜਗਤਾਰ ਜੀ, ਮੁੱਦੇ ਦਾ ਹੱਲ ਅਲੱਗ ਆ, ਗੁੰਡਾਗਰਦੀ ਅਲੱਗ ਆ। ਐਂਟੀ ਸੋਸ਼ਲ ਐਲੀਮੈਂਟ ਜੋ ਕੈਪਟਨ ਅਮਰਿੰਦਰ ਸਿੰਘ ਦਾ ਬਰਦਾਸ਼ਤ ਉਹਦੇ ਨਾਲ ਕਰ ਰਹੇ ਆ, ਉਹ ਅਸੀਂ ਬਰਦਾਸ਼ਤ ਨਹੀਂ ਕਰਨਾ ਕਿਸੇ ਕੀਮਤ ਤੇ ਵੀ, ਨਾ ਪੰਜਾਬ 'ਚ ਕਰਨਾ ਚਾਹੀਦਾ। ਤੇ ਇਹ ਜਿਹੜਾ ਮੁੱਦੇ ਦਾ ਹੱਲ ਆ ਉਹ ਕੇਂਦਰ ਸਰਕਾਰ ਨਾਲ ਸ਼ਾਂਤਮਈ ਤਰੀਕੇ ਨਾਲ ਕੋਈ ਵੀ ਐਜੀਟੇਸ਼ਨ ਚਲਾ ਸਕਦਾ। ਕਿਸੇ ਨੂੰ ਵੀ ਅਧਿਕਾਰ ਆ, ਸਮਾਜ ਦਾ ਕੋਈ ਵੀ ਵਰਗ ਆਪਣੀਆਂ ਮੰਗਾਂ ਦੇ ਲਈ ਗੱਲ ਕਰ ਸਕਦਾ, ਉਹ ਕਰਨ, ਉਹਦੇ 'ਚ ਕੋਈ ਇਤਰਾਜ਼ ਨਹੀਂ। ਪਰ ਜਿਹੜੇ ਗਰੀਬ ਵਰਕਰ ਨੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਤੁਹਾਡੀ ਦੁਕਾਨ ਨਹੀਂ ਚੱਲਣ ਦੇਣੀ, ਇਹ ਬੰਦ ਕਰਾਂਗੇ, ਨਹੀਂ ਤਾਂ ਪਾਰਟੀ ਛੱਡੋ, ਇਹ ਤਰੀਕਾ ਕੋਈ ਡਿਕਟੇਟਰਸ਼ਿਪ ਆ? ਕੋਈ ਆਤੰਕਵਾਦ ਆ? ਗਰੇਵਾਲ ਸਾਹਿਬ ਕੋਈ ਵੀ ਡਿਕਟੇਟਰਸ਼ਿਪ ਦੀ ਹਮਾਇਤ ਨਹੀਂ ਕਰਦਾ। ਜਿੱਦਾਂ ਨੀਲ ਗਰਗ ਉਹਨਾਂ ਨੇ ਕਿਹਾ, ਕਲੀਅਰ ਉਹਨਾਂ ਨੇ ਕਿਹਾ ਕਿ 4 ਮਹੀਨੇ ਹੋ ਗਏ ਕਿਸਾਨ ਅੰਦੋਲਨ ਨੂੰ ਚੱਲਦਿਆਂ। ਇਹ ਵੀ ਤਾਂ ਕੋਈ ਡੈਮੋਕ੍ਰੈਟਿਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ 4 ਮਹੀਨੇ ਤੋਂ 300 ਲੋਕ ਮਰ ਗਏ, ਉਹ ਵੀ ਪੰਜਾਬ ਦੇ ਵਿੱਚ। ਆਪਾਂ ਪੰਜਾਬ ਦੇ ਰਹਿਣ ਵਾਲੇ ਆ ਗਰੇਵਾਲ ਜੀ, ਘਰ 70 ਵਿਚਣਗੇ ਤਾਂ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ? ਜਗਤਾਰ ਜੀ ਅਸੀਂ ਮਾਰਤੇ, ਉਹ ਲੋਕ ਸਾਡੇ ਐਮਐਲਏ ਨੂੰ ਨੰਗਾ ਕਰਨਗੇ, ਉਹਨਾਂ ਦੀ ਮਾਰ ਪਿਟਾਈ ਕਰਨਗੇ, ਸਾਡੇ ਵਰਕਰਾਂ ਨੂੰ ਨਹੀਂ ਸਰ, ਸਰਕਾਰ ਦੇ ਖਿਲਾਫ, ਹਾਕੂਮਤ ਦੇ ਖਿਲਾਫ ਰੋਸ ਆ ਉਹਨਾਂ ਨੂੰ। ਇਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿਸੇ ਕੀਮਤ ਤੇ, ਔਰ ਅਜੇ ਵੀ ਨਹੀਂ ਹੁੰਦੇ ਆਗੇ, ਔਰ ਇਸ ਦੇ ਨਾਲ ਬਰਾਬਰ ਸੰਘਰਸ਼ ਕਰਾਂਗੇ ਜੇ ਸਾਡੇ ਨਾਲ ਗੁੰਡਾਗਰਦੀ। ਸਰ ਵਾਇਲੈਂਸ ਦਾ ਚਲੋ, ਵਾਇਲੈਂਸ ਦਾ ਜਿਹੜੀ ਹੈਗੀ ਆ, ਕਿਸਾਨ ਆਗੂ ਵੀ ਕਹਿੰਦੇ ਆ ਕਿ ਸ਼ਾਂਤਮਈ ਅੰਦੋਲਨ ਕਰਾਂਗੇ, ਵਾਇਲੈਂਸ ਦੀ ਕੋਈ ਵੀ ਹਮਾਇਤ ਨਹੀਂ ਕਰ ਰਿਹਾ। ਪਰ ਮੈਂ ਉਹਦੇ ਤੋਂ ਵੱਖਰਾ ਸਵਾਲ ਪੁੱਛ ਰਿਹਾ ਕਿਸਾਨ ਸਰ, ਮੈਂ ਵੱਖਰਾ ਸਵਾਲ ਪੁੱਛ ਰਿਹਾ। ਵਾਇਲੈਂਸ ਦਾ ਪਾਰਟ ਐਂਡ ਪਾਰਸਲ ਨੇ ਕਿਸਾਨ ਆਗੂ। ਸਰ ਬਿਲਕੁਲ ਮੈਂ ਵੱਖਰਾ ਸਵਾਲ ਪੁੱਛ ਰਿਹਾ। ਵਾਇਲੈਂਸ ਦੀ ਸਾਰੇ ਨਿਖੇਧੀ ਕਰਦੇ ਆ, ਕੋਈ ਹਮਾਇਤ ਨਹੀਂ ਕਰਦਾ, ਸਪਸ਼ਟ ਤੌਰ ਤੇ ਕਹਿ ਰਿਹਾ ਸਾਰੇ ਕੋਈ ਹਮਾਇਤ ਨਹੀਂ ਕਰੇਗਾ। ਪਰ ਮੈਂ ਜਿਹੜਾ ਸਵਾਲ ਪੁੱਛ ਰਿਹਾ ਉਹ ਨਿਖੇੜ ਕੇ ਗੱਲ ਕਰ ਰਿਹਾ ਕਿ ਕਿਸਾਨ ਅੰਦੋਲਨ ਜਿੱਥੇ 300 ਤੋਂ ਉੱਪਰ ਲੋਕ ਮਰ ਗਏ ਹੈ, ਘਰ ਛੱਡ ਕੇ ਬਾਰਡਰਾਂ ਤੇ ਬੈਠੇ, ਉਸ ਮਸਲੇ ਦਾ ਹੱਲ ਵੀ ਤਾਂ ਗਰੇਵਾਲ ਜੀ ਲੱਭਣਾ ਚਾਹੀਦਾ ਨਾ। ਮੈਂ ਇਹ ਗੱਲ ਕਹਿ ਰਿਹਾ। ਦੇਖੋ, ਉਹ ਮਸਲੇ ਦੇ ਹੱਲ ਲਈ ਗੱਲਬਾਤ ਕਰ ਰਹੇ ਹਾਂ ਤੇ ਉਸ ਕਿਸੇ ਗੱਲ ਤੇ ਆਉਣਗੇ, ਕੋਈ
ਐਸੀ ਐਕਸੈਪਟੇਬਲ ਪ੍ਰਪੋਜ਼ਲ ਦੱਸਣਗੇ ਤਾਂ ਉਹਦੇ ਤੇ ਹੱਲ ਹੋ ਜਾਏਗਾ। ਗੱਲਬਾਤ ਦੀ ਉਹਨਾਂ ਨੂੰ 10 ਵਾਰ ਸਾਡੇ ਮਿਨਿਸਟਰਾਂ ਨੇ ਗੱਲ ਕਰ ਲਈ ਆ, ਉਹ ਅੱਜ ਕੱਲ੍ਹ ਕਰ ਦਿੰਦੇ ਆ ਕਿ ਸਲਾਹ ਕਰਕੇ ਦੱਸਾਂਗੇ। ਉਹ ਸਲਾਹ ਉਹਨਾਂ ਦੀ ਹੋ ਜੂਗੀ 1-2 ਦਿਨਾਂ 'ਚ ਮੇਰਾ ਖਿਆਲ, ਤੇ ਦੱਸ ਦੇਣਗੇ ਤਾਂ ਉਸ 'ਤੇ ਗੱਲਬਾਤ ਵੀ ਹੋ ਜਾਏਗੀ। ਗੱਲਬਾਤ ਹੋਣ ਦਾ ਜਾਂ ਨਾ ਹੋਣ ਦਾ ਇਹ ਮਤਲਬ ਨਹੀਂ ਕਿ ਉਹ ਲੋਕਾਂ ਦੇ ਕੱਪੜੇ ਉਤਾਰਨਗੇ ਜਾਂ ਉਹਨਾਂ ਤੇ ਜ਼ੁਲਮ ਕਰਨਗੇ, ਇਹ ਨਹੀਂ ਕਰ ਸਕਦੇ, ਇਹ ਇਸ ਲਈ ਅਲਾਓ ਨਹੀਂ ਕੀਤਾ ਜਾਏਗਾ। ਸਰ ਉਹਦਾ ਸਮੁੱਚੇ ਗਰੇਵਾਲ ਜੀ ਸਮੁੱਚੇ ਕਿਸਾਨਾਂ ਨੂੰ ਨਾ ਆਪਾਂ ਕਹੋ, ਜਿਹਨੇ ਕਿਸੇ ਨੇ ਕੱਪੜੇ ਉਤਾਰੇ ਹੈ, ਕਈਆਂ ਤੇ ਜਿਨ੍ਹਾਂ ਨੇ ਕੋਈ ਜਾਤੀ ਕੀਤੀ ਹੈ, ਕੇਸ ਵੀ ਬਣੇ ਆ, ਲੋਕ ਅੰਦਰ ਵੀ ਹੈ, ਪਰ ਜਿਹੜੇ ਹਜ਼ਾਰਾਂ ਲੋਕ ਜਿਨ੍ਹਾਂ 'ਚ ਹਜ਼ਾਰਾਂ ਤਾਂ ਬੀਬੀਆਂ ਬੈਠੀਆਂ, ਬੀਬੀਆਂ ਵਾਇਲੈਂਸ ਕਰ ਸਕਦੀਆਂ, ਬੱਚੇ ਵਾਇਲੈਂਸ ਕਰ ਸਕਦੇ ਆ। ਆਪਾਂ ਇੱਕ ਦੇਖੋ ਜਿਹੜੀ ਜਾਤੀ ਹੋਈ ਹੈ, ਜਾਤੀ ਦੀ ਕੋਈ ਹਮਾਇਤ ਨਹੀਂ ਕਰਦਾ, ਜਾਤੀ ਦੇ ਸਾਰੇ ਖਿਲਾਫ ਹੈ, ਪਰ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਨਾਲ ਨਾ ਲਪੇਟੋ। ਇਸ ਤਰ੍ਹਾਂ ਇੱਕੋ ਰੱਸੇ ਦੀ ਗੱਲ, ਉਹਨਾਂ ਦੀਆਂ ਮੰਗਾਂ ਨੂੰ ਨਾ ਜੋੜ ਕੇ ਦੇਖੋ, ਇਹਦੇ ਨਾਲ ਮੰਗਾਂ ਨੂੰ ਕਿਉਂ ਨਾ ਜੋੜ ਕੇ ਦੇਖੋ। ਜੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨਗੇ ਉਹ ਤਾਂ ਨਹੀਂ ਚੱਲਣੀ, ਉਹਦੇ ਨਾਲ ਡਰ ਕੇ ਤਾਂ ਨਹੀਂ ਕਿਸੇ ਤਰ੍ਹਾਂ ਵੀ ਚੱਲਣਾ। ਇਹ ਕੋਈ ਮਤਲਬ ਇਹਦਾ ਮੰਗਾਂ ਦਾ ਇਸ ਚੀਜ਼ ਨਾਲ ਕੀ ਮਤਲਬ ਹੈ ਕਿ ਤੁਸੀਂ ਲੀਡਰਾਂ ਤੇ ਵਰਕਰਾਂ ਤੇ ਹਮਲੇ ਕਰੋ? ਇਹ ਕੋਈ ਤਰੀਕਾ ਥੋੜਾ ਹੈ। ਚਲੋ ਓਕੇ ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਜਵਾਬ ਲੈਣਾ ਗਰੇਵਾਲ ਸਾਹਿਬ ਹਾਂਜੀ, ਇਸ ਮੁੱਦੇ ਤੇ ਤੁਹਾਡੀ ਗੱਲ ਆ ਗਈ ਹੈ, ਆਪਾਂ ਗਰਗ ਸਾਹਿਬ ਤੋਂ ਜਵਾਬ ਲੈਣੇ ਆ। ਜੀ ਗਰਗ ਜੀ। ਸਿੱਧੂ ਸਾਹਿਬ ਗੱਲ ਇਹ ਹੈਗੀ ਹੈ ਵੀ ਜਿਸ ਤਰ੍ਹਾਂ ਗਰੇਵਾਲ ਲੋਕਤੰਤਰ ਦੀ ਦੁਹਾਈ ਦੇ ਰਹੇ ਨੇ, ਮੈਂ ਫਿਰ ਕਹਿ ਰਿਹਾ ਲੋਕਤੰਤਰ ਦੀ ਮਰਿਆਦਾ ਹੁੰਦੀ ਹੈ। ਲੋਕਤੰਤਰ ਦੇ ਪੱਖ ਵਿਪਕਸ਼ ਦੋਨਾਂ ਦੀ ਆਪਣੀ ਅਹਿਮੀਅਤ ਹੈਗੀ ਹੈ, ਸਮਾਜਿਕ ਅੰਦੋਲਨਾਂ ਦੀ ਆਪਣੀ ਅਹਿਮੀਅਤ ਹੈਗੀ ਹੈ। ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਉਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਪੂਰੇ ਅੱਜ ਹਿੰਦੁਸਤਾਨ ਦਾ ਕਿਸਾਨ ਹੈ। ਕਿਸਾਨਾਂ ਦੀ ਇਕੱਲਾ ਪੰਜਾਬ ਦਾ ਨਹੀਂ ਹੈ, ਇਕੱਲਾ ਹਰਿਆਣੇ ਦਾ ਨਹੀਂ ਹੈ, ਇਕੱਲਾ ਯੂਪੀ ਦਾ ਨਹੀਂ ਹੈ, ਕਰਨਾਟਕਾ ਦਾ ਨਹੀਂ ਹੈ, ਇਕੱਲਾ ਮੱਧ ਪ੍ਰਦੇਸ਼ ਦਾ ਨਹੀਂ ਹੈ, ਇਕੱਲਾ ਰਾਜਸਥਾਨ ਦਾ ਨਹੀਂ ਹੈ, ਇਕੱਲਾ ਉੱਤਰਾਖੰਡ ਦਾ ਨਹੀਂ ਹੈ, ਇਹ 'ਚ ਬੰਗਾਲ ਦਾ ਕਿਸਾਨ ਵੀ ਹੈਗਾ, ਇਹ 'ਚ ਮਹਾਰਾਸ਼ਟਰ ਦਾ ਕਿਸਾਨ ਵੀ ਹੈਗਾ। ਜਦੋਂ ਸਾਰਾ ਦੇ ਸਮੁੱਚਾ ਕਿਸਾਨ ਜਗਤ ਇਹ ਕਹਿੰਦਾ ਵੀ ਜਿਹੜੇ ਤੁਸੀਂ ਕਾਨੂੰਨ ਬਣਾਏ ਨੇ ਇਹ ਸਾਨੂੰ ਜਾਣੀ ਕਿ ਐਕਸੈਪਟੇਬਲ ਨਹੀਂ ਹੈਗੇ, ਇਹ ਸਾਡੀ ਰੋਜੀ ਰੋਟੀ ਖੋਹਦੇ ਹੈਗੇ, ਉਹਨਾਂ ਦੇ ਦਿਮਾਗ ਦੇ ਵਿੱਚ ਜਦੋਂ ਇਹ ਸ਼ੰਕਾ ਹੈਗੀ ਹੈ ਤਾਂ ਇਹ ਸਰਕਾਰ ਵਜਿੱਦ ਕਿਉਂ ਹੈਗੀ ਹੈ? ਮੈਂ ਪਹਿਲਾਂ ਵੀ ਕਿਹਾ ਸੀ ਸਰਕਾਰ ਡੰਡੇ ਦੇ ਜ਼ੋਰ ਤੇ ਕੰਮ ਕਰਨਾ ਚਾਹੁੰਦੀ ਹੈ। ਕਿਉਂ ਵਜਿੱਦ ਹੈਗੀ ਹੈ ਕਿ ਅਸੀਂ ਇਹ ਕਾਨੂੰਨ ਲਾਗੂ ਕਰਨੇ ਹੀ ਕਰਨੇ ਹੈ? ਜਦੋਂ ਬਹੁਤ ਹੀ ਗਿਣਤੀ ਜਿਹੜੀ ਆ ਉਹਨਾਂ ਲੋਕਾਂ ਨੇ ਤਾਂ ਤੁਹਾਨੂੰ ਚੁਣ ਕੇ ਬਣਾਇਆ, ਇਹਨਾਂ ਲੋਕਾਂ ਨੇ ਤੁਹਾਡੀ ਸਰਕਾਰ ਬਣਾਈ ਹੈ, ਇਹਨਾਂ ਨੇ ਤੁਹਾਨੂੰ ਐਮਐਲਏ ਬਣਾਇਆ, ਇਹਨਾਂ ਨੇ ਤੁਹਾਨੂੰ ਐਮਪੀ ਬਣਾਇਆ, ਇਹਨਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਫਿਰ ਇੰਨੀ ਜਿੱਦ ਕਿਸ ਚੀਜ਼ ਦੀ? ਲੋਕਤੰਤਰ ਦੇ ਵਿੱਚ ਤਾਂ ਜਿੱਦ ਕੋਈ ਕੰਮ ਹੀ ਨਹੀਂ ਹੁੰਦਾ। ਥੈਂਕ ਯੂ ਕਲੇਰ ਸਾਹਿਬ। 2 ਲਾਈਨਾਂ ਦਾ ਕਮੈਂਟਸ ਪਲੀਜ਼, ਸਮਾਂ ਨਹੀਂ ਆਪਣੇ ਕੋਲੇ, ਪਰ ਮੈਂ ਕਮੈਂਟਸ ਜ਼ਰੂਰ ਚਾਹੁੰਦਾ ਤੁਹਾਡੇ। ਕਲੇਰ ਜੀ। ਨਹੀਂ, ਮੈਂ ਗਰੇਵਾਲ ਸਾਹਿਬ ਨੂੰ ਇਹ ਗੱਲ ਕਹੂੰਗਾ ਜੀ ਕਿ ਇਹ ਉਸ ਪਾਰਟੀ ਦੀ ਨੁਮਾਇੰਦਗੀ ਕਰਦੇ ਜਿਹਦੇ ਪ੍ਰਧਾਨ ਮੰਤਰੀ ਹਮੇਸ਼ਾ ਇਹ ਕਲੇਮ ਕਰਦੇ ਆ ਕਿ ਮੈਂ ਆਮ ਇਨਸਾਨ ਹਾਂ, ਜ਼ਮੀਨ ਤੋਂ ਉੱਠਿਆ। ਤਾਂ ਮੈਂ ਯਾਦ ਕਰਾ ਦਿਆਂ ਕਿ ਜਿਹੜੇ 300 ਕਿਸਾਨਾਂ ਦੀ ਮੌਤ ਹੋਈ ਉਹ ਵੀ ਵਿਚਾਰੇ ਆਮ ਕਿਸਾਨ ਸੀ, ਕੋਈ ਰਾਜੇ ਮਹਾਰਾਜਿਆਂ ਦੀ ਮੌਤ ਨਹੀਂ ਹੋਈ। ਉਰੇ ਡੈਮੋਕ੍ਰੇਸੀ ਦੇ ਵਿੱਚ ਇੱਕ ਮੌਤ ਵੀ ਚਾਹੇ ਕਿਸੇ ਦੀ ਵੀ ਹੈ ਉਹ ਨਿੰਦਣੀ ਹੈ, ਉਹ ਅਫਸੋਸਜਨਕ ਹੈ। ਉਰੇ 300 ਉਹ ਬੰਦੇ ਮਰੇ ਨੇ, ਗਰੀਬ ਕਿਸਾਨ ਹੀ ਮਰਿਆ ਇਸ ਦੇਸ਼ ਦਾ। ਸੋ ਪ੍ਰਧਾਨ ਮੰਤਰੀ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ, ਇਹ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਨਹੀਂ ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ ਕਿ ਇੱਕ ਐਸਾ ਦੌਰ ਸੀ ਹਿੰਦੁਸਤਾਨ ਦੇ ਵਿੱਚ ਜਿੱਥੇ ਸੜਕਾਂ ਤੇ ਲੋਕ ਮਰ ਰਹੇ ਸੀ ਤੇ ਜਿਹੜਾ ਰਾਜਾ ਸੀ, ਜਿਹੜਾ ਹਿੰਦੁਸਤਾਨ ਦਾ ਸ਼ਾਸਕ ਸੀ, ਉਹਨੂੰ ਕੋਈ ਕਿਸੇ ਚੀਜ਼ ਨਾਲ ਸਰੋਕਾਰ ਨਹੀਂ ਸੀ, ਉਹ ਆਪਣੇ ਹੋਰ ਕੰਮਾਂ ਵਿੱਚ ਵਿਅਸਤ ਸੀ। ਸਮਾਂ ਨਹੀਂ ਆਪਣੇ ਕੋਲੇ ਕਲੇਰ ਜੀ। ਥੈਂਕ ਯੂ ਵੈਰੀ ਮਚ ਇਸ ਮੁੱਦੇ ਤੇ ਆਉਣ ਲਈ। ਮੈਂ ਭਾਜਪਾ ਦੇ ਬਾਰੇ ਹਰਜੀਤ ਗਰੇਵਾਲ ਜੀ, ਆਪ ਦੇ ਬੁਲਾਰੇ ਨੀਲ ਗਰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਸਲੀ ਕਲੇਰ, ਤਿੰਨੇ ਮਹਿਮਾਨਾਂ ਦਾ ਧੰਨਵਾਦੀ ਹਾਂ। ਭਾਰਤੀ ਜਨਤਾ ਪਾਰਟੀ ਨੇ ਅੱਜ ਲੁਧਿਆਣਾ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਪੰਜਾਬ 'ਚ ਰਾਜਸੀ ਤੇ ਜਥੇਬੰਦਕ ਸਰਗਰਮੀਆਂ ਸ਼ੁਰੂ ਕੀਤੀਆਂ ਜਾਣ। ਸਾਡੇ ਮਹਿਮਾਨਾਂ ਦੀ ਵੀ ਰਾਏ ਹੈ ਕਿ ਹਰ ਇੱਕ ਦਾ ਜਮਹੂਰੀ ਹੱਕ ਹੈ ਜਥੇਬੰਦਕ ਤੇ ਰਾਜਸੀ ਸਰਗਰਮੀਆਂ ਨੂੰ ਸ਼ੁਰੂ ਕਰਨਾ। 117 ਦੀਆਂ 117 ਵਿਧਾਨ ਸਭਾ ਦੀਆਂ ਸੀਟਾਂ ਜ਼ਰੂਰ ਜਿੱਤੋ, ਪਰ ਕਿਸਾਨ ਮਸਲੇ ਦਾ ਹੱਲ ਕਰਕੇ ਪੰਜਾਬੀਆਂ ਦਾ ਦਿਲ ਵੀ ਜਿੱਤੋ, ਜਿਹੜਾ ਕਿ 117 ਸੀਟਾਂ ਨਾਲੋਂ ਕਿਤੇ ਵਧੇਰੇ ਅਹਿਮੀਅਤ ਰੱਖਦਾ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਮੁੜ ਕੇ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।